ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਸਿਮਰੋ ਅੰਗਦ ਦੁਖ ਸ੍ਰੀ ਗੁਰੂ ਅਮਰਦਾਸ ਹਿਰਦੈ ਨਿਤ ਧਿਆਵ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਤਰਾ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਬੈਠੇ ਨਿਤ ਸ਼੍ਰੀ ਗੁਰ ਧਰਮਸ਼ਾਲਾ। ਹੋਤ ਕੀਰਤਨ ਪ੍ਰੇਮ ਵਿਸਾਲਾ। ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ। ਮਾਨਵ ਆਏ ਪ੍ਰੇਮ ਕਰੇ ਉਰ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ
ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਪਿਆਰੀ, ਗੁਰੂ ਕੀ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਕੇ ਕੀਰਤਨੀਏ ਰੱਬੀ ਬਾਣੀ ਦੇ ਹਰ ਜਸ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਪ ਪ੍ਰੇਮ ਵਿੱਚ ਭਿੱਜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਰਤਾਰਪੁਰ ਨਗਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਦੇ, ਦਰਸ਼ਨ ਦੀਦਾਰ ਬਖਸ਼ਦੇ ਹਨ। ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਲੈ ਕੇ ਸੰਗਤਾਂ ਉਸ ਉਪਦੇਸ਼ ਦੀ ਕਮਾਈ ਕਰਦੀਆਂ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਾਧੋ ਘਿਓ ਨਾਮ ਦਾ ਇੱਕ ਮਨੁੱਖ ਚੱਲ ਕਰਕੇ ਆਇਆ। ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖੀ ਪ੍ਰਤੀ ਮਨ ਵਿੱਚ ਸ਼ਰਧਾ ਸੀ, ਪ੍ਰੇਮ ਸੀ, ਭਾਵਨਾ ਸੀ। ਮਨ ਵਿੱਚ ਇੱਕ ਦਿਨ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਰਨ ਦੇਵਤਾ ਦੀ ਪੂਜਾ ਕਰਕੇ ਸਾਰੀ ਸ਼ਕਤੀ ਜਿਹੜੀ ਇਹਨਾਂ ਦੇ ਕੋਲ ਹੈ ਇਹਨਾਂ ਨੇ ਇਹ ਇਕੱਠੀ ਕੀਤੀ, ਵਰਨ ਦੇਵਤਾ ਦੀ ਪੂਜਾ ਕਰਕੇ ਫਿਰ ਲਈ ਹੈ। ਤੇ ਮੈਂ ਵੀ ਕਿਉਂ ਨਾ ਵਰਨ ਦੇਵਤਾ ਦੀ ਪੂਜਾ ਕਰ ਲਵਾਂ। ਜੇ ਇਹਨਾਂ ਨੇ ਵਰਨ ਦੇਵਤਾ ਦੀ ਪੂਜਾ ਕਰਕੇ ਸਾਰੀ ਸ਼ਕਤੀ ਲਈ ਹੈ, ਮਨ ਵਿੱਚ ਸੰਸਾ ਬਣ ਗਿਆ ਤੇ ਮੈਂ ਵੀ ਪ੍ਰਾਪਤ ਕਰ ਲਵਾਂ, ਮੈਂ ਵੀ ਵਰਨ ਦੇਵਤਾ ਦੀ ਪੂਜਾ ਕਰਾਂ। ਇਹ ਸੋਚ ਲੈ ਕੇ ਇੱਕ ਦਿਨ ਰਾਵੀ ਦਰਿਆ ਵਾਲੇ ਪਾਸੇ ਨੂੰ ਤੁਰਿਆ ਜਾ ਰਿਹਾ। ਅੰਮ੍ਰਿਤ ਵੇਲਾ, ਅੱਧੀ ਰਾਤ ਦਾ ਸਮਾਂ ਤੇ ਜਦੋਂ ਸਾਧੋ ਘਿਓ ਤੁਰਿਆ ਜਾ ਰਿਹਾ, ਅੱਗੋਂ ਇਹਨੂੰ ਇੱਕ ਮਨੁੱਖ ਮਿਲਿਆ ਜਿਹਦੇ ਹੱਥ ਵਿੱਚ ਮਛਲੀ ਪਕੜੀ ਹੋਈ ਹੈ। ਤੇ ਸਾਧੋ ਘਿਓ ਜਦੋਂ ਰਸਤੇ ਵਿੱਚ ਮਿਲਿਆ ਤੇ ਪੁੱਛਦਾ ਕਿ ਤੂੰ ਚੋਰ ਹੈ ਕੋਈ ਮਨੁੱਖ ਹੈ? ਉਹ ਕਹਿਣ ਲੱਗਾ ਮੈਂ ਨਾ ਚੋਰ ਹਾਂ, ਮੈਂ ਵਰਨ ਦੇਵਤਾ ਹਾਂ। ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪੂਜਾ ਕਰਨ ਵਾਸਤੇ ਜਾ ਰਿਹਾ। ਜਿਹੜਾ ਮਨ ਵਿੱਚ ਸੰਸਾ ਬਣਿਆ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤਾਂ ਨਿਵਰਤ ਕੀਤਾ। ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਹਰ ਰੋਜ਼ ਪੂਜਾ ਕਰਨ ਵਾਸਤੇ ਜਾਣਾ। ਹੁਣ ਮਨ ਵਿੱਚੋਂ ਸੰਸਾ ਨਿਕਲ ਗਿਆ ਕਿ ਮੇਰਾ ਮਨ ਭਰਮ ਗਿਆ ਸੀ। ਉੱਥੋਂ ਵਾਪਸ ਮੁੜਿਆ, ਸ਼ਰਧਾ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲ ਆਇਆ। ਦੱਸਿਆ ਕਿ ਪਾਤਸ਼ਾਹ ਮੇਰਾ ਮਨ ਜਿਹੜਾ ਸੀ ਉਹ ਭਰਮ ਗਿਆ ਸੀ, ਪਰ ਤੁਸੀਂ ਕਿਰਪਾ ਕਰਕੇ ਉਹ ਸੰਸਾ ਹਿਰਦੇ ਵਿੱਚੋਂ ਨਿਵਰਤ ਕਰ ਦਿੱਤਾ ਹੈ, ਭਰਮ ਦੂਰ ਕਰ ਦਿੱਤਾ ਹੈ। ਮਾਝ ਰਾਗ ਦੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਸ਼ਲੋਕ, ਪਾਵਨ ਸ਼ਬਦ ਸਰਵਨ ਕਰਵਾ ਕਰਕੇ ਇਹਨੂੰ ਨਿਹਾਲ ਕੀਤਾ। ਅੱਗੇ ਸਿੱਖ ਸੰਗਤਾਂ ਆ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ ਰਹੀਆਂ ਹਨ, ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਦੀਆਂ ਹਨ। ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬੈਠੇ ਨਿਤ ਸ਼੍ਰੀ ਗੁਰ ਧਰਮਸ਼ਾਲਾ। ਕਰਤਾਰਪੁਰ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜੀ ਧਰਮਸ਼ਾਲਾ ਕਾਇਮ ਕੀਤੀ, ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ, ਪਾਵਨ ਉਪਦੇਸ਼ ਦੇਣ ਵਾਸਤੇ ਨਿਤ ਉਸ ਧਰਮਸ਼ਾਲਾ ਦੇ ਵਿੱਚ ਬੈਠਦੇ ਹਨ। ਹੋਤ ਕੀਰਤਨ ਪ੍ਰੇਮ ਵਿਸਾਲਾ। ਤੇ ਬੜੇ ਪ੍ਰੇਮ ਸਹਿਤ ਪਾਵਨ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਧਰਮ ਵਿਸਾਲਾ ਵਿੱਚ ਬੈਠਦੇ ਤੇ ਰਬੀ ਬਾਣੀ ਦਾ ਹਰਜਸ ਕੀਰਤਨ ਬੜੇ ਪ੍ਰੇਮ ਵਿੱਚ ਕੀਤਾ ਜਾਂਦਾ। ਜਿਵੇਂ ਆਪ ਗੁਰੂ ਚਰਨਾਂ ਵਿੱਚ ਜੁੜੇ ਹੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪਣੇ ਤਖਤਾਂ ਤੇ ਸੁਭਾਏ ਮਨ ਹਨ। ਗੁਰੂ ਕੇ ਕੀਰਤਨੀਏ ਰੱਬੀ ਬਾਣੀ ਦਾ ਹਰਜਸ ਕੀਰਤਨ ਗਾਇਨ ਕਰਦੇ, ਆਪ ਸੰਗਤਾਂ ਪ੍ਰੇਮ ਨਾਲ ਸਰਵਨ ਕਰਦੇ ਹੋ। ਉਸੇ ਤਰ੍ਹਾਂ ਗੁਰੂ ਸਾਹਿਬ ਜੀ ਆਪਣੇ ਤਖਤ ਤੇ ਸੁਭਾਏ ਮਨ ਹੁੰਦੇ, ਧਰਮਸ਼ਾਲਾ ਵਿੱਚ ਬੈਠਦੇ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਦਾ, ਰੱਬੀ ਬਾਣੀ ਦਾ ਪ੍ਰੇਮ ਸਹਿਤ ਕੀਰਤਨ ਕੀਤਾ ਜਾਂਦਾ। ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ। ਹੁਣ ਦੇਸ਼ਾਂ ਵਿਦੇਸ਼ਾਂ ਦੂਰ ਦੂਰ ਤੱਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਫੈਲਿਆ ਹੈ। ਚਾਰੇ ਪਾਸੇ ਗੁਰੂ ਕੀ ਕੀਰਤੀ ਫੈਲੀ ਹੈ। ਦੂਰ ਦੂਰ ਦੇ ਦੇਸ਼ਾਂ ਤੋਂ ਗੁਰੂ ਸਾਹਿਬ ਜੀ ਦਾ ਜਸ ਸੁਣ ਕਰਕੇ ਮਾਨਵ ਆਏ ਪ੍ਰੇਮ ਕਰੇ ਔਰ ਕੋ। ਬਹੁਤ ਵੱਡੀ ਗਿਣਤੀ ਦੇ ਵਿੱਚ ਮਨੁੱਖ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ, ਸ਼ਰਧਾ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ। ਆਏ ਸਕਾਮ ਸੁਪੂਰਨ ਹੋਵੇ। ਤੇ ਜਿਹੜੇ ਕਾਮਨਾ ਸਹਿਤ ਚੱਲ ਕੇ ਆਉਂਦੇ, ਮਨ ਵਿੱਚ ਕੋਈ ਕਾਮਨਾ ਲੈ ਕੇ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆ ਮੇਰੀ ਮਨ ਦੀ ਕਾਮਨਾ ਪੂਰੀ ਹੋ ਜਾਏ। ਜਿਹੜੇ ਕਾਮਨਾ ਸਹਿਤ ਚੱਲ ਕੇ ਆਉਂਦੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ। ਜੇ ਨਿਸ਼ਕਾਮ ਗਿਆਨ ਸੁਖ ਜੋਵੇ। ਤੇ ਜਿਹੜੇ ਕਾਮਨਾ ਰਹਿਤ ਹੋ ਕੇ ਚੱਲ ਕੇ ਆਉਂਦੇ, ਮਨ ਵਿੱਚ ਕੋਈ ਕਾਮਨਾ ਨਹੀਂ, ਗੁਰੂ ਸਾਹਿਬ ਕੋਲ ਦਰਸ਼ਨਾਂ ਵਾਸਤੇ ਆਉਂਦੇ, ਗੁਰੂ ਸਾਹਿਬ ਉਹਨਾਂ ਨੂੰ ਗਿਆਨ ਬਖਸ਼ਦੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਿਆਨ ਦੀ ਪ੍ਰਾਪਤੀ ਕਰਦੇ, ਆਤਮਿਕ ਸੁਖ ਪ੍ਰਾਪਤ ਕਰ ਲੈਂਦੇ। ਪੀਰ ਪੂਰ ਨਿਤ ਪੁਰ ਕਰਤਾਰਾ। ਬਹੁਤ ਵੱਡਾ ਇਕੱਠ ਹਰ ਰੋਜ਼ ਕਰਤਾਰਪੁਰ ਸਾਹਿਬ ਦੇ ਵਿੱਚ ਸੰਗਤਾਂ ਦਾ ਹੁੰਦਾ। ਦੂਰ ਦੂਰ ਤੋਂ ਸੰਗਤਾਂ ਚੱਲ ਕੇ ਆਉਂਦੀਆਂ, ਵੱਡੀ ਭੀੜ ਜਿਹੜੀ ਆ, ਵੱਡਾ ਇਕੱਠ ਹਰ ਰੋਜ਼ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਦਾ ਰਹਿੰਦਾ। ਹੋਵੇ ਦੇਗ ਵਿਸਾਲ ਆਹਾਰਾ। ਤੇ ਬਹੁਤ ਵੱਡੀਆਂ ਦੇਗਾਂ ਸਜਦੀਆਂ, ਵੱਡੀ ਗਿਣਤੀ ਵਿੱਚ ਜਿਹੜਾ ਹੈ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ। ਬਹੁਤ ਵੱਡੀ ਦੇਗ ਲੰਗਰ ਦੀ ਤਿਆਰ ਕਰਕੇ ਵਰਤਾਈ ਜਾਂਦੀ ਹੈ। ਬੈਠੇ ਹੁਤੇ ਇੱਕ ਨਰ ਆਇਓ। ਇੱਕ ਦਿਨ ਦਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਧਰਮਸ਼ਾਲਾ ਵਿੱਚ ਬੈਠੇ ਹੋਏ ਨੇ। ਇੱਕ ਨਰ, ਇੱਕ ਮਨੁੱਖ ਚੱਲ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ। ਬੰਧਨ ਕਰਕੇ ਬੈਨ ਅਲਾਇਓ। ਆ ਕੇ ਹੱਥ ਜੋੜ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ। ਨਮਸਕਾਰ ਕਰਕੇ ਕਹਿਣ ਲੱਗਾ, ਬੇਨਤੀ ਕਰਨ ਲੱਗਾ, ਸਿੱਖੀ ਕਿਦੋਂ ਫਕੀਰੀ ਕਰਾਂ। ਕਹਿਣ ਲੱਗਾ, ਹੇ ਸਤਿਗੁਰੂ ਪਾਤਸ਼ਾਹ ਜੀ, ਮੈਨੂੰ ਇਹ ਦੱਸਣਾ ਕਰੋ ਕਿ ਮੈਂ ਸਿੱਖੀ ਧਾਰਨ ਕਰਾਂ ਜਾਂ ਫਕੀਰੀ ਧਾਰਨ ਕਰਾਂ, ਸਿੱਖ ਬਣਾ ਜਾਂ ਫਕੀਰ ਬਣਾ। ਧਰਮ ਗ੍ਰਸਤ ਕੋ ਕੈ ਉਰ ਤਰੋਂ। ਜਾਂ ਫਿਰ ਗ੍ਰਸਤ ਧਰਮ ਜਿਹੜਾ ਉਹ ਧਾਰਨ ਕਰਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਣ ਲੱਗਾ ਕਿ ਪਾਤਸ਼ਾਹ, ਜਾਂ ਮੈਂ ਸਿੱਖੀ ਧਾਰਨ ਕਰਾਂ, ਫਕੀਰੀ ਧਾਰਨ ਕਰਾਂ, ਜਾਂ ਜਿਹੜਾ ਗ੍ਰਸਤ ਧਰਮ ਹੈ ਉਹ ਧਾਰਨ ਕਰਾਂ। ਜੋ ਰਾਵਰ ਕੀ ਹੋਏ ਰਜਾਏ। ਪਾਤਸ਼ਾਹ ਜੀ, ਜਿਵੇਂ ਆਪ ਜੀ ਦਾ ਹੁਕਮ ਹੋਵੇਗਾ, ਜਿਵੇਂ ਆਪ ਜੀ ਮੈਨੂੰ ਹੁਕਮ ਕਰੋਗੇ, ਤਿਉ ਕਰਹੁ ਸ਼ੁਭ ਦਿਓ ਬਤਾਏ। ਤੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਪਾਤਸ਼ਾਹ ਜੀ। ਜੇ ਆਪ ਜੀ ਕਹੋਗੇ
ਸਿੱਖੀ ਧਾਰਨ ਕਰ ਲੈ, ਮੈਂ ਸਿੱਖੀ ਧਾਰਨ ਕਰ ਲਵਾਂਗਾ। ਜੇ ਕਹੋਗੇ ਫਕੀਰ ਬਣ ਜਾ, ਮੈਂ ਫਕੀਰੀ ਧਾਰਨ ਕਰ ਲਵਾਂਗਾ। ਜੇ ਕਹੋਗੇ ਕਿ ਗ੍ਰਸਤ ਧਰਮ ਅਪਣਾ ਲੈ, ਮੈਂ ਉਹ ਅਪਣਾ ਲਵਾਂਗਾ। ਪਾਤਸ਼ਾਹ ਜੀ ਆਪ ਜੀ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਸੁਨਿਓ ਆਪ ਕੋ ਜਸ ਮੈਂ ਭਾਰੀ। ਸਤਿਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਦਾ ਭਾਰੀ ਜਸ ਸੁਣਿਆ, ਆਪ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਸੁਣ ਕਰਕੇ ਆਇਆ ਹਾਂ। ਚਲ ਆਇਓ ਹਿਤ ਬੂਜਨਕਾਰੀ। ਇਹ ਬੁੱਝਣ ਵਾਸਤੇ, ਇਹ ਆਪ ਜੀ ਦਾ ਉਪਦੇਸ਼ ਲੈਣ ਵਾਸਤੇ ਕਿ ਮੈਂ ਕੀ ਧਾਰਨ ਕਰਾਂ। ਆਪ ਜੀ ਦਾ ਮਹਾਨ ਜਸ ਸੁਣ ਕੇ ਆਪ ਜੀ ਦੇ ਕੋਲੋਂ ਪੁੱਛਣ ਵਾਸਤੇ ਚੱਲ ਕੇ ਆਇਆ ਹਾਂ। ਦੋਹਰਾ ਬੋਲੇ ਕਿਰਪਾ ਨਿਦਾਨ ਤਬ ਪ੍ਰਥਮ ਕਰੋ ਅਸ ਕਾਜ। ਹੁਣ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹਦੀ ਬੇਨਤੀ ਸੁਣੀ, ਇਹਦੀ ਬੇਨਤੀ ਨੂੰ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ ਹਮਰੀ ਲੇ ਅਰਦਾਸ ਤੁਮ ਗਮਨੋ ਤੂਰ ਨਿਆਜ। ਕਹਿਣ ਲੱਗੇ ਕਿ ਪਹਿਲਾਂ ਅਸੀਂ ਤੈਨੂੰ ਜਿਹੜਾ ਹੁਕਮ ਦੇ ਰਹੇ ਹਾਂ, ਹੁਕਮਨਾਮਾ ਦੇ ਰਹੇ ਹਾਂ, ਜੋ ਆਦੇਸ਼ ਦੇ ਰਹੇ ਹਾਂ, ਉਹ ਆਦੇਸ਼ ਲੈ ਕਰਕੇ ਤੂੰ ਤੁਰਤ ਇੱਥੋਂ ਜਾਣਾ ਕਰ। ਚੋਪਈ ਬਸੈ ਸਿੱਖ ਅਮ ਕੇ ਜੋ ਗ੍ਰਾਮੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੈਨੂੰ ਬਾਅਦ ਵਿੱਚ ਦੱਸਾਂਗੇ ਕਿ ਤੂੰ ਧਾਰਨ ਕੀ ਕਰਨਾ ਹੈ, ਸਿੱਖ ਬਣਨਾ ਹੈ, ਫਕੀਰ ਬਣਨਾ ਹੈ ਜਾਂ ਗ੍ਰਸਤੀ ਬਣਨਾ ਹੈ। ਪਹਿਲਾਂ ਜਿਹੜਾ ਅਸੀਂ ਕੰਮ ਤੈਨੂੰ ਦੱਸ ਰਹੇ ਹਾਂ ਉਹ ਕੰਮ ਕਰ, ਉਸ ਤੋਂ ਬਾਅਦ ਤੈਨੂੰ ਦੱਸਾਂਗੇ। ਪਾਤਸ਼ਾਹ ਕਹਿਣ ਲੱਗੇ ਅਮਕੇ ਇੱਕ ਫਲਾਣਾ ਨਗਰ ਹੈ, ਉਹ ਨਗਰ ਦੇ ਵਿੱਚ ਸਾਡਾ ਇੱਕ ਸਿੱਖ ਵਸਦਾ, ਉਹਦੇ ਕੋਲ ਜਾਣਾ ਕਰ। ਬੂਝ ਨਾਮ ਜਾਵੋ ਤੈ ਤਾਮੋ। ਉਹਦਾ ਨਾਮ ਪੁੱਛ ਕੇ ਉਹਦੇ ਘਰ ਪਹੁੰਚਣਾ ਕਰੋ। ਫਲਾਣਾ ਉਹਦਾ ਨਗਰ ਹੈ, ਉਹ ਨਗਰ ਵਿੱਚ ਉਹ ਸਿੱਖ ਰਹਿੰਦਾ ਹੈ, ਤੇ ਉਹ ਸਿੱਖ ਦਾ ਨਾਮ ਪੁੱਛ ਕੇ ਉਹ ਸਿੱਖ ਦੇ ਘਰ ਵਿੱਚ ਜਾ ਕੇ ਉਹਨੂੰ ਮਿਲਣਾ ਕਰੋ। 200 ਪ੍ਰਥਮ ਰੁਪਈਏ ਲੈ ਕਰ। ਹੁਣ ਉਹਦੇ ਘਰ ਪਹੁੰਚ ਕੇ ਕਰਨਾ ਕੀ ਹੈ, ਪਹਿਲਾਂ ਉਹਦੇ ਕੋਲੋਂ 200 ਰੁਪਈਆ ਲੈਣਾ ਹੈ। 200 ਰੁਪਈਆ ਉਸ ਸਿੱਖ ਦੇ ਕੋਲੋਂ ਤੋਂ ਉਹਦੇ ਘਰ ਵਿੱਚ ਜਾ ਕੇ ਪਹਿਲਾਂ ਪ੍ਰਾਪਤ ਕਰਨਾ, ਉਹ ਲੈਣਾ ਹੈ। ਪਾਛੇ ਭੋਜਨ ਅਚਿਓ ਤੈ ਕਰ। ਫਿਰ ਉਹਦੇ ਘਰ ਦਾ ਭੋਜਨ ਛਕਣਾ ਹੈ। ਪਹਿਲਾਂ 200 ਰੁਪਈਏ ਲੈਣੇ ਨੇ, 200 ਰੁਪਈਆ ਲੈ ਕੇ ਫਿਰ ਉਹਦੇ ਘਰ ਦੇ ਵਿੱਚੋਂ ਭੋਜਨ ਛਕਣਾ ਹੈ। ਬਹਰੋਂ ਜਬ ਤੂੰ ਹਟ ਕਰ ਆਵੇਂ। ਤੇ ਜਦੋਂ ਤੂੰ ਉਹਦੇ ਘਰ ਜਿਹੜਾ ਅਸੀਂ ਤੈਨੂੰ ਆ ਆਦੇਸ਼ ਦੇ ਰਹੇ ਹਾਂ, ਹੁਕਮ ਦੇ ਰਹੇ ਹਾਂ, ਜਦੋਂ ਇਹ ਕਰਕੇ ਤੂੰ ਵਾਪਸ ਆਏਗਾ, ਉਹਦੇ ਘਰੋਂ ਚੱਲ ਕਰਕੇ ਆਏਗਾ। ਇਹ ਉੱਤਰ ਆਮ ਤਬੇ ਬਤਾਵੇਂ। ਇਹ ਉੱਤਰ ਅਸੀਂ ਤੈਨੂੰ ਫੇਰ ਦੇਵਾਂਗੇ। ਜਿਹੜੇ ਤੂੰ ਪੁੱਛਿਆ ਨਾ ਮੈਂ ਕੀ ਬਣਾ, ਪਹਿਲਾਂ ਆਹ ਕੰਮ ਕਰਕੇ ਆ ਕਿ ਉਹ ਸਿੱਖ ਦੇ ਘਰ ਜਾ ਕੇ 200 ਰੁਪਈਆ ਲੈ, ਫਿਰ ਭੋਜਨ ਛਕ, ਫਿਰ ਚੱਲ ਕੇ ਸਾਡੇ ਕੋਲ ਆਈ, ਫਿਰ ਅਸੀਂ ਤੈਨੂੰ ਤੇਰੇ ਸਵਾਲ ਦਾ ਉੱਤਰ ਦੇਵਾਂਗੇ। ਹੁਕਮ ਨਾਮ ਲੈ ਕਰ ਵੋ ਆਸੂ। ਤੇ ਜਿਹੜਾ ਉਹ ਹੁਕਮਨਾਮਾ ਸੀ, ਗੁਰੂ ਸਾਹਿਬ ਜੀ ਦਾ ਜਿਹੜਾ ਆਦੇਸ਼ ਸੀ, ਬੜੀ ਛੇਤੀ ਦੇ ਨਾਲ ਇਸ ਨੇ ਲਿਆ ਤੇ ਲੈ ਕਰਕੇ ਸ਼ੀਗਰ ਗਇਓ ਤਾਹੇ ਸਿੱਖ ਪਾਸੂ। ਤੇ ਜਿਹੜੇ ਨਗਰ ਵਿੱਚ ਉਹ ਸਿੱਖ ਰਹਿੰਦਾ ਸੀ, ਜਿੱਥੇ ਦਾ ਘਰ ਸੀ, ਪੁੱਛਦਾ ਪੁਛਾਂਦਾ ਉੱਥੇ ਪਹੁੰਚਿਆ। ਪਹੁੰਚ ਕਰਕੇ ਉਹ ਸਿੱਖ ਦੇ ਘਰ ਦੇ ਵਿੱਚ ਗਿਆ ਹੈ। ਅਤਸ਼ੈ ਘਰ ਤੇ ਨਿਰਧਨ ਸੋਈ। ਤੇ ਹੁਣ ਕੀ ਵੇਖਦਾ ਕਿ ਸਿੱਖ ਬਹੁਤ ਗਰੀਬ ਹੈ, ਇਹਦੇ ਕੋਲ ਧਨ ਨਹੀਂ, ਘਰ ਵਿੱਚ ਬੜੀ ਗਰੀਬੀ ਹੈ। ਬਹੁਤ ਗੁਰੂ ਕਾ ਇਹ ਸਿੱਖ ਜਿਹੜਾ ਧਨ ਵਾਲੇ ਪਾਸਿਓਂ ਬਹੁਤ ਗਰੀਬ ਹੈ, ਗਰੀਬੀ ਘਰ ਦੇ ਵਿੱਚ ਹੈ। ਕਬ ਕਬ ਭੋਜਨ ਪ੍ਰਾਪਤ ਹੋਈ। ਗਰੀਬੀ ਇੰਨੀ ਜ਼ਿਆਦਾ ਕਿ ਭੋਜਨ ਵੀ ਛਕਣ ਵਾਸਤੇ ਕਦੀ ਕਦੀ ਪ੍ਰਾਪਤ ਹੁੰਦਾ ਹੈ, ਹਰ ਰੋਜ਼ ਨਸੀਬ ਨਹੀਂ ਹੁੰਦਾ, ਹਰ ਵੇਲੇ ਭੋਜਨ ਨਹੀਂ ਮਿਲਦਾ। ਦੇਖੋ ਜਿਹੜੇ ਗੁਰੂ ਕੇ ਸਿੱਖ ਨੇ, ਜੇ ਭੁੱਖ ਦੇ ਤਾਂ ਇਤੇ ਹੀ ਰਾਜਾਂ, ਉਹ ਭੁੱਖ ਦੇ ਵਿੱਚ ਵੀ ਰੱਜੇ ਰਹਿੰਦੇ ਨੇ, ਉਹਦੇ ਸ਼ੁਕਰ ਵਿੱਚ ਰਹਿੰਦੇ ਨੇ, ਉਹਦਾ ਸ਼ੁਕਰਾਨਾ ਕਰਦੇ ਨੇ, ਕਦੀ ਕੋਈ ਉਲਾਮਾ ਨਹੀਂ ਦਿੰਦੇ। ਤੇ ਕਹਿਣ ਲੱਗੇ ਕਿ ਹੁਣ ਭੋਜਨ ਵੀ ਜਿਹੜਾ ਉਹ ਕਦੀ ਕਦੀ ਪ੍ਰਾਪਤ ਹੁੰਦਾ ਹੈ ਛਕਣ ਵਾਸਤੇ। ਏਕ ਸਿੱਖ ਤੀਐ ਦੁਤੀਆ ਪਲੇਰੀ। ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ? ਇੱਕ ਇਹ ਗੁਰੂ ਕਾ ਸਿੱਖ ਹੈ,
ਤੇ ਇੱਕ ਇਹਦੀ ਘਰਵਾਲੀ ਹੈ। ਤੀਜੀ ਤਨੁਜਾ ਹੈ ਤਿਨ ਕੇਰੀ। ਤੀਜੀ ਇਹਨਾਂ ਦੀ ਇੱਕ ਪੁੱਤਰੀ ਹੈ, ਇੱਕ ਧੀ ਸੀ। ਤਿੰਨ ਮੈਂਬਰ ਨੇ ਘਰ ਦੇ ਵਿੱਚ ਰਹਿੰਦੇ ਨੇ, ਦੋਵੇਂ ਪਤੀ ਪਤਨੀ ਆਪ ਨੇ। ਤੀਜੀ ਇਹਨਾਂ ਦੀ ਪੁੱਤਰੀ, ਇਹ ਤਿੰਨ ਮੈਂਬਰ ਹਨ। ਹੁਕਮ ਸੁਨਾਮਾ ਦਿਓ ਗੁਰ ਜਬਈ। ਤੇ ਹੁਣ ਜਿਹੜਾ ਹੁਕਮਨਾਮਾ ਗੁਰੂ ਸਾਹਿਬ ਨੇ ਦੇ ਕਰਕੇ ਭੇਜਿਆ, ਉਹ ਹੁਕਮਨਾਮਾ ਇਸ ਸਿੱਖ ਨੂੰ ਦੇਣਾ ਕੀਤਾ। ਅਧਿਕ ਪ੍ਰੇਮ ਕਰ ਬੰਧੈ ਤਬਈ। ਤੇ ਹੁਣ ਬੜਾ ਪ੍ਰੇਮ ਕਰਕੇ ਕਿ ਇਹ ਸਿੱਖ ਮੇਰੇ ਗੁਰੂ ਕੋਲੋਂ ਚੱਲ ਕੇ ਆਇਆ ਹੈ, ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਇਹਨੇ ਕੀਤੇ ਨੇ, ਉਹਨਾਂ ਕੋਲੋਂ ਚੱਲ ਕੇ ਗੁਰੂ ਦਾ ਹੁਕਮ ਲੈ ਕੇ ਮੇਰੇ ਕੋਲ ਆਇਆ। ਬਹੁਤ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਇਹਦੇ ਚਰਨਾਂ ਤੇ ਬੰਦਨਾ ਕੀਤੀ ਹੈ, ਚਰਨ ਧੋਤੇ ਸੇਵਾ ਕੀਤੀ। ਆਦਰ ਸੋਤੇ ਮੰਚ ਬਿਸਾਏ। ਤੇ ਬੜੇ ਆਦਰ ਦੇ ਨਾਲ ਸੋਹਣਾ ਵਿਛਾਉਣਾ ਵਿਛਾਇਆ, ਇਹਨਾਂ ਨੂੰ ਬਿਠਾਉਣਾ ਕੀਤਾ ਹੈ। ਚਰਨ ਪਖਾਰੇ ਕਰ ਬੋ ਪਾਏ। ਤੇ ਚਰਨ ਧੋਤੇ ਹਨ, ਬੜੇ ਪ੍ਰੇਮ ਦੇ ਨਾਲ ਜਲ ਲੈ ਕੇ ਚਰਨ ਧੋਣਾ ਕੀਤੇ। ਸੋਹਣੇ ਸੁੰਦਰ ਜਿਹੜਾ ਹੈ ਉਹ ਵਿਛਾਉਣਾ ਵਿਛਾਇਆ, ਬਿਠਾ ਕਰਕੇ ਬੜੇ ਪ੍ਰੇਮ ਨਾਲ ਜਲ ਲੈ ਕੇ ਚਰਨ ਧੋਤੇ ਹਨ। ਬੋਹਰੋ ਕਯੋ ਭੋਜਨ ਕਰ ਲੀਜੈ। ਤੇ ਹੁਣ ਫਿਰ ਬੇਨਤੀ ਕੀਤੀ ਕਿ ਹੁਣ ਆਪ ਜੀ ਕਿਰਪਾ ਕਰੋ, ਹੁਣ ਭੋਜਨ ਛਕਣਾ ਕਰੋ। ਪਹਿਲਾਂ ਬਿਠਾਇਆ ਆਦਰ ਸਤਕਾਰ ਦੇ ਨਾਲ, ਫਿਰ ਉਹਨਾਂ ਦੇ ਚਰਨ ਧੋਤੇ। ਚਰਨ ਧੋ ਕਰਕੇ ਜਿਹੜਾ ਇਹ ਮਨੁੱਖ ਚੱਲ ਕੇ ਗਿਆ ਸੀ ਗੁਰੂ ਸਾਹਿਬ ਦੇ ਕੋਲੋਂ, ਫਿਰ ਬੇਨਤੀ ਕੀਤੀ ਕਿ ਹੁਣ ਆਪ ਜੀ ਭੋਜਨ ਛਕਣਾ ਕਰੋ। ਦੂਰ ਸੁਸ਼ਰਮ ਮਾਰਗ ਕੋ ਕੀਜੈ। ਬੜਾ ਲੰਬਾ ਪੈਂਡਾ ਤੈਅ ਕਰਕੇ ਆਇਓ, ਪੈਦਲ ਚੱਲ ਕੇ ਆਇਓ, ਥੱਕੇ ਹੋਏ ਹੋ, ਭੋਜਨ ਛਕੋ ਤੇ ਆਪਣੀ ਜਿਹੜੀ ਥਕਾਵਟ ਹੈ ਉਹ ਦੂਰ ਕਰ ਲਵੋ। ਸਿੱਖ ਸੋ ਤਿਸ ਨੇ ਬਚਨ ਅਲਾਏ। ਹੁਣ ਜਦੋਂ ਗੁਰੂ ਸਾਹਿਬ ਦੇ ਸਿੱਖ ਨੇ ਇਹ ਬਚਨ ਕਹੇ ਕਿ ਭੋਜਨ ਛਕ ਲਵੋ, ਤੇ ਹੁਣ ਇਹਦੇ ਬਚਨ ਸੁਣ ਕਰਕੇ ਇਹ ਜਿਹੜਾ ਗਿਆ ਇਧਰੋਂ ਮਨੁੱਖ ਸੀ, ਇਹ ਕਹਿਣ ਲੱਗਾ, ਜੋ ਗੁਰੂ ਸਾਹਿਬ ਦਾ ਹੁਕਮ ਸੀ ਉਹਦੇ ਮੁਤਾਬਕ ਬੋਲਿਆ। ਕਹਿਣ ਲੱਗਾ, ਗੁਰ ਕੋ ਹੁਕਮ ਨਾ ਭੋਜਨ ਖਾਏ। ਕਹਿਣ ਲੱਗੇ, ਮੈਨੂੰ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਕਿ ਤੇਰੇ ਘਰ ਵਿੱਚੋਂ ਪਹਿਲਾ ਭੋਜਨ ਨਹੀਂ ਛਕਣਾ। ਮੈਨੂੰ ਗੁਰੂ ਸਾਹਿਬ ਨੇ ਇਹ ਹੁਕਮ ਕਰਕੇ ਭੇਜਿਆ ਕਿ ਤੇਰੇ ਘਰ ਦੇ ਵਿੱਚੋਂ ਪਹਿਲਾ ਭੋਜਨ ਨਹੀਂ ਛਕਣਾ। ਪੂਰਬ ਸਰਬ ਦਰਬ ਕੋ ਲਈ। ਪਹਿਲਾਂ ਜੋ ਗੁਰੂ ਸਾਹਿਬ ਦਾ ਹੁਕਮ ਹੈ 200 ਰੁਪਏ ਲੈਣੇ ਨੇ, ਫਿਰ ਬਾਅਦ ਵਿੱਚ ਭੋਜਨ ਛਕਣਾ ਹੈ। ਇਸ ਕਰਕੇ ਪਹਿਲਾਂ ਮੈਂ ਜਿਹੜੇ ਉਹ 200 ਰੁਪਏ ਨੇ ਉਹ ਤੇਰੇ ਕੋਲੋਂ ਲਵਾਂਗਾ, ਪਾਛੇ ਤੇ ਕਰ ਅਸਨ ਅਚੇ। ਫਿਰ ਮੈਂ ਬਾਅਦ ਵਿੱਚ ਭੋਜਨ ਛਕਾਂਗਾ। ਜਦੋਂ ਤੂੰ ਮੈਨੂੰ 200 ਰੁਪਏ ਦੇ ਦੇਵੇਂਗਾ, ਉਸ ਤੋਂ ਬਾਅਦ ਹੀ ਮੈਂ ਤੇਰੇ ਘਰ ਦੇ ਵਿੱਚੋਂ ਤੇਰੇ ਕੋਲੋਂ ਭੋਜਨ ਛਕਾਂਗਾ। ਸੁਨ ਕੈ ਸਿੱਖ ਸੋ ਤੂਸ਼ਨ ਰਹਿਓ। ਹੁਣ ਸਿੱਖ ਨੇ ਜਦੋਂ ਇਹ ਗੱਲ ਸੁਣੀ ਕਿ 200 ਰੁਪਏ ਪਹਿਲਾਂ ਲੈਣੇ ਨੇ, ਫਿਰ ਭੋਜਨ ਛਕਣਾ ਹੈ, ਤੇ ਘਰ ਦੇ ਵਿੱਚ ਤਾਂ ਗਰੀਬੀ ਹੈ, ਭੋਜਨ ਵੀ ਰੋਜ਼ ਨਹੀਂ ਮਿਲਦਾ ਛਕਣ ਵਾਸਤੇ। ਇਹ ਸੁਣ ਕਰਕੇ ਸਿੱਖ ਜਿਹੜਾ ਸੀ ਚੁੱਪ ਹੋ ਗਿਆ, ਕੁਝ ਬੋਲਿਆ ਨਹੀਂ। ਕੁਝ ਇਸ ਦਾ ਸਮਾਂ ਇਸੇ ਤਰ੍ਹਾਂ ਇਹ ਸਿੱਖ ਚੁੱਪ ਰਿਹਾ। ਬਦੀ ਚਿੰਤ ਸਰਤਾ ਮਨ ਬਇਓ। ਤੇ ਹੁਣ ਹਿਰਦੇ ਦੇ ਵਿੱਚ ਬੜੀ ਚਿੰਤਾ ਜਿਹੜੀ ਵਧੀ ਹੈ, ਚਿੰਤਾ ਦੀ ਨਦੀ ਦੇ ਵੇਗ ਵਿੱਚ ਮਨ ਜਿਹੜਾ ਉਹ ਵਹਿ ਤੁਰਿਆ ਹੈ। ਕਹਤੇ ਦਿਓ ਕਰੋ ਕਿਆ ਕਾਜਾ। ਕਹਿਣ ਲੱਗੇ, ਕਿਹੜਾ ਕੰਮ ਕਰਾਂ, ਕਿਹੜੀ ਕੋਈ ਘਰ ਵਿੱਚ ਐਸੀ ਵਸਤੂ ਨਹੀਂ ਜਿਹੜੀ ਵੇਚ ਕੇ ਮੈਂ ਇਹ ਸਿੱਖ ਨੂੰ ਪਹਿਲਾਂ ਜਿਹੜਾ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਆਇਆ ਪੈਸੇ ਦੇਵਾਂ। ਕਿਹੜਾ ਮੈਂ ਕੰਮ ਹੈ, ਕਿਹੜਾ ਐਸਾ ਕੋਈ ਕਾਰਜ ਕਰਾਂ ਜਿਹਦੇ ਨਾਲ ਮੈਂ ਪੈਸੇ ਦੇ ਸਕਾਂ। ਸਿੱਖੀ ਪਰਣ ਰਹੇ ਕਿਵ ਆਜਾ। ਕਹਿਣ ਲੱਗੇ, ਹੁਣ ਜਿਹੜਾ ਮੇਰਾ ਸਿੱਖੀ ਪ੍ਰਣ ਹੈ ਉਹ ਅੱਜ ਕਿਵੇਂ ਰਹੇ, ਕਿਉਂਕਿ ਗੁਰੂ ਦਾ ਜਿਹੜਾ ਸਿੱਖ ਹੈ ਉਹ ਆਪਣਾ ਸਿੱਖੀ ਪਰਣ ਨਿਭਾਉਂਦਾ ਹੈ। ਤਾਂ ਹੀ ਤੇ ਕਹਿੰਦੇ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਭਾਵੇਂ ਚਲਾ ਜਾਏ ਮੇਰੀ ਸਿੱਖੀ ਨਿਭ ਜਾਏ। ਕਹਿਣ ਲੱਗੇ, ਜਿਹੜਾ ਸਿੱਖੀ ਦਾ ਪ੍ਰਾਣ ਹੈ, ਮੈਂ ਅੱਜ ਕਿਹੜਾ ਕੰਮ ਕਰਾਂ। ਐਸਾ ਕੋਈ ਘਰ ਵਿੱਚ ਪਦਾਰਥ, ਕੋਈ ਕੀਮਤੀ ਵਸਤੂ ਵੀ ਨਹੀਂ ਜਿਹੜੇ ਵੇਚ ਕੇ ਪਹਿਲਾਂ ਪੈਸੇ ਦੇ ਦਿਆਂ, ਤਾਂ ਕਿ ਮੇਰਾ ਸਿੱਖੀ ਪ੍ਰਣ ਜਿਹੜਾ ਉਹ ਨਿਭ ਜਾਏ, ਮੇਰੀ ਸਿੱਖੀ ਜਿਹੜੀ ਰਹਿ ਜਾਏ।
ਘਰ ਮੈਂ ਸੋਜ ਨਹੀਂ ਅਸ ਕੋਈ। ਘਰ ਦੇ ਵਿੱਚ ਐਸੀ ਕੋਈ ਕੀਮਤੀ ਵਸਤੂ ਨਹੀਂ, ਕੋਈ ਪਦਾਰਥ ਨਜ਼ਰ ਨਹੀਂ ਆਉਂਦਾ ਜਿਹਨੂੰ ਵੇਚ ਦੇਵਾਂ। ਵੇਚ ਬਾਜ਼ਾਰ ਦਿਓ ਧਨ ਜੋਈ। ਜਿਹਨੂੰ ਬਾਜ਼ਾਰ ਵਿੱਚ ਵੇਚ ਕੇ ਧਨ ਜਿਹੜਾ 200 ਰੁਪਇਆ ਪ੍ਰਾਪਤ ਕਰਕੇ ਇਸ ਨੂੰ ਦੇਣਾ ਕਰਾਂ। ਦੋਹਰਾ ਤਹਿ ਤਨੁ ਜਾ ਕੋ ਪੰਚ ਸੈ ਹੋਤੋ ਸ਼ਾਹ ਇੱਕ ਦੇਤ। ਹੁਣ ਇਹਦੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਉਹ ਸ਼ਾਹੂਕਾਰ ਨੇ ਇੱਕ ਵਾਰੀ ਇਹਦੇ ਜਿਹੜੇ ਤਨੁਜਾ ਇਹਦੀ ਧੀ ਸੀ, ਪੁੱਤਰੀ ਸੀ, ਉਹ ਵਿਆਹੁਣ ਦੇ ਯੋਗ ਸੀ। ਉਹਨੇ ਕਿਹਾ ਕਿ ਤੂੰ ਬਹੁਤ ਗਰੀਬ ਹੈ, ਮੇਰੇ ਕੋਲੋਂ 500 ਰੁਪਈਆ ਲੈ ਲੈ ਤੇ ਆਪਣੀ ਪੁੱਤਰੀ ਮੇਰੇ ਨਾਲ ਵਿਆਹ ਦੇ। 500 ਰੁਪਈਆ ਤੂੰ ਮੇਰੇ ਕੋਲੋਂ ਲੈ ਲੈ ਤੇ ਆਪਣੀ ਪੁੱਤਰੀ ਦਾ ਰਿਸ਼ਤਾ ਜਿਹੜਾ ਵਿਆਹ ਉਹ ਮੇਰੇ ਨਾਲ ਕਰ ਦੇ। ਅਗ ਕੋ ਦਰਬ ਪਛਾਨ ਕੈ ਸਿੱਖ ਨ ਪੂਰਬ ਲੇਤ। ਹੁਣ ਘਰ ਵਿੱਚ ਭਾਵੇਂ ਅੱਤ ਦੀ ਗਰੀਬੀ ਹੈ, ਭੋਜਨ ਰੋਜ਼ ਨਹੀਂ ਮਿਲਦਾ, ਸਮਾਂ ਬਹੁਤ ਔਖਾ ਲੰਘਦਾ ਹੈ, ਪਰ ਸਿੱਖ ਨੇ ਸੋਚਿਆ ਕਿ ਆਪਣੀ ਕੰਨਿਆ ਵੇਚ ਕੇ ਧਨ ਪ੍ਰਾਪਤ ਕਰਨਾ ਇਸ ਤੋਂ ਵੱਡਾ ਕੋਈ ਪਾਪ ਨਹੀਂ। ਇਹ ਬੜਾ ਵੱਡਾ ਪਾਪ ਹੈ, ਮੈਂ ਆਪਣੀ ਧੀ ਦੇ ਬਦਲੇ 500 ਰੁਪਈਆ ਲੈ ਲਵਾਂ। ਇਹ ਜਾਣ ਕਰਕੇ ਇਹ ਕੰਮ ਇਸ ਸਿੱਖ ਨੇ ਨਹੀਂ ਕੀਤਾ। ਚੋਪਈ ਦ્વੈ ਕਟਕਾ ਬੀਤੀ ਜਬ ਬੈਸੇ। ਜਦੋਂ ਇਸ ਤਰ੍ਹਾਂ ਦੇ ਨਾਲ ਬੈਠਿਆਂ ਹੋਇਆ 2 ਘੜੀਆਂ ਦਾ ਸਮਾਂ ਬਤੀਤ ਹੋਇਆ ਤੈ ਅੰਗਨਾ ਬੋਲੀ ਤਬ ਐਸੇ। ਤੇ ਜਿਹੜੀ ਇਸ ਸਿੱਖ ਦੀ ਘਰ ਵਾਲੀ ਸੀ ਉਹ ਵੀ ਬੜੀ ਸ਼ਰਧਾ ਵਾਲੀ ਸੀ, ਬੜੀ ਪ੍ਰੇਮ ਵਾਲੀ, ਬੜੀ ਭਾਵਨਾ ਵਾਲੀ ਸੀ। ਉਹ ਇਹਦੀ ਘਰ ਵਾਲੀ ਜਿਹੜੀ ਸਿੱਖ ਦੀ ਸੀ ਉਹ ਬੋਲੀ ਕਹਿਣ ਲੱਗੇ, ਕਿਉ ਚਿੰਤਾ ਚਿਤ ਮੈਂ ਤਵ ਕੀਨੰ। ਕਹਿਣ ਲੱਗੇ, ਹੇ ਪਤੀ ਦੇਵ, ਤੁਸੀਂ ਮਨ ਵਿੱਚ ਕਿਉਂ ਚਿੰਤਾ ਕੀਤੀ ਹੈ? ਕਿਉਂ ਚਿੰਤਾਤੁਰ ਹੋਏ ਹੋ? ਚਿੰਤਾ ਵਿੱਚ ਕਿਉਂ ਡੁੱਬੇ ਹੋ? ਜੋ ਹਮ ਟਿਗ ਸੋ ਸਤਿਗੁਰ ਦੀਨੰ। ਸਾਡੇ ਕੋਲ ਜੋ ਕੁਝ ਵੀ ਹੈ ਉਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਹੈ, ਉਹ ਸਾਡਾ ਨਹੀਂ। ਉਹ ਸਾਰਾ ਕੁਝ ਗੁਰੂ ਦਾ ਹੀ ਹੈ, ਗੁਰੂ ਸਾਹਿਬ ਦਾ ਸਾਨੂੰ ਦਿੱਤਾ ਹੋਇਆ ਹੈ। ਲਿਓ ਸੁਤਾ ਕੋ ਦ્વੈ ਸੋ ਅਬਈ। ਤੇ ਕਹਿਣ ਲੱਗੇ, ਤੁਸੀਂ ਆਪਣੀ ਪੁੱਤਰੀ ਉਹ ਸ਼ਾਹੂਕਾਰ ਨਾਲ ਵਿਆਹ ਦਿਓ ਤੇ ਉਹਦੇ ਕੋਲ 200 ਰੁਪਈਆ ਪ੍ਰਾਪਤ ਕਰ ਲਵੋ। ਸਿੱਖੀ ਕਮਾਉਣੀ ਬਹੁਤ ਕਠਿਨ ਹੈ, ਬਹੁਤ ਔਖੀ ਹੈ। ਕਹਿਣ ਲੱਗੀ ਕਿ ਵੇਖੋ ਕਿੰਨੀ ਉਹਦੀ ਘਰ ਵਾਲੀ ਦੇ ਅੰਦਰ ਵੀ ਕਿੰਨੀ ਸ਼ਰਧਾ ਹੈ, ਸਿੱਖੀ ਦੇ ਤਾਈਂ ਕਿੰਨਾ ਪ੍ਰੇਮ ਹੈ। ਕਹਿਣ ਲੱਗੀ ਕਿ ਆਪਣੀ ਪੁੱਤਰੀ ਉਹ ਸ਼ਾਹੂਕਾਰ ਦੇ ਨਾਲ ਵਿਆਹ ਕੇ 200 ਰੁਪਈਆ ਉਹਦੇ ਕੋਲੋਂ ਪ੍ਰਾਪਤ ਕਰ ਲਵੋ। ਸਤਿਗੁਰ ਹੇਤ ਦਿਓ ਸੋ ਤਬਈ। ਉਹ ਜਿਹੜਾ 200 ਰੁਪਈਆ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਹਿੱਤ ਦੇਣਾ ਕਰੋ। ਜੋ ਭੇਟਾ ਗੁਰੂ ਸਾਹਿਬ ਦੀ ਬਣਦੀ ਹੈ ਉਹ 200 ਰੁਪਈਆ ਆਪ ਜੀ ਗੁਰੂ ਜੀ ਦੇ ਪ੍ਰਥਾਏ ਦੇਣਾ ਕਰੋ। ਜੇ ਨਿਜ ਹਿੱਤ ਲੇਵੇਂ ਅਗ ਹੋਏ। ਇਸ ਪ੍ਰਕਾਰ ਦੇ ਨਾਲ ਜੇ ਨਿਜ ਹਿੱਤ ਲੇਵੈ, ਕਹਿੰਦੇ ਜੇ ਤਾਂ ਆਪਣੀ ਪੁੱਤਰੀ ਨੂੰ ਦੇ ਕੇ ਸ਼ਾਹੂਕਾਰ ਨਾਲ ਵਿਆਹ ਕੇ ਆਪਣੇ ਵਾਸਤੇ ਧਨ ਲਈਏ ਫਿਰ ਤਾਂ ਪਾਪ ਹੈ, ਫਿਰ ਵੱਡਾ ਪਾਪ ਹੈ। ਜੇ ਉਹ ਆਪਾਂ ਲਾਲਚਵਸ ਹੋ ਕੇ ਪੁੱਤਰੀ ਉਹਦੇ ਨਾਲ ਵਿਆਹ ਦਈਏ ਤੇ ਉਹਦੇ ਕੋਲ ਪੈਸੇ ਲੈ ਲਈਏ ਫਿਰ ਇਹ ਪਾਪ ਹੈ। ਪਰ ਜੇਕਰ ਗੁਰੂ ਵਾਸਤੇ ਅਸੀਂ ਇਹ ਕਾਰਜ ਕਰਦੇ ਹਾਂ, ਪਰ ਉਪਕਾਰ ਦੋਸ਼ ਨੈ ਕੋਏ। ਇਹ ਤਾਂ ਪਰਉਪਕਾਰ ਦਾ ਕਾਰਜ ਹੈ। ਗੁਰੂ ਸਾਹਿਬ ਦੇ ਨਿਮਿਤ ਭੇਟਾ ਭੇਜਣੀ ਹੈ, ਜੋ ਗੁਰੂ ਸਾਹਿਬ ਦਾ ਹੁਕਮ ਹੈ, ਗੁਰੂ ਸਾਹਿਬ ਦੀ ਸਿੱਖੀ ਕਮਾਉਣੀ ਹੈ, ਤੇ ਜੇ ਪਰਉਪਕਾਰ ਵਾਸਤੇ ਕਾਰਜ ਕਰਨਾ ਫਿਰ ਉਹ ਪਾਪ ਨਹੀਂ ਹੈ। ਤੂਰਨ ਕੀਜੈ ਉਠ ਕਰ ਕਾਜਾ। ਕਹਿਣ ਲੱਗੇ ਛੇਤੀ ਕਰੋ, ਉੱਠ ਕੇ ਇਹ ਕਾਰਜ ਕਰੋ, ਦੇਰੀ ਨਾ ਕਰੋ। ਕਿਉਂ ਚਿੰਤਾਤੁਰ ਹੋਏ ਹੋ? ਇਹ ਪੁੱਤਰੀ ਤਾਂ ਗੁਰੂ ਸਾਹਿਬ ਦੀ ਦਿੱਤੀ ਹੋਈ ਹੈ ਨਾ, ਤੇ ਆਪ ਜੀ ਇਹ ਕਾਰਜ ਛੇਤੀ ਨਾਲ ਕਰੋ। ਰਾਖੋ ਸਿੱਖੀ ਕੋ ਪ੍ਰਣ ਆਜਾ। ਅੱਜ ਸਿੱਖੀ ਦਾ ਪ੍ਰਣ ਨਿਭਾਉਣ ਦਾ ਸਮਾਂ ਹੈ। ਅੱਜ ਉਹ ਸਮਾਂ ਬਣਿਆ ਸਿੱਖੀ ਦਾ ਪ੍ਰਣ ਨਿਭਾਉਣ ਦਾ, ਤੇ ਜਾਓ ਛੇਤੀ ਨਾਲ ਇਹ ਕਾਰਜ ਕਰਕੇ ਅੱਜ ਸਿੱਖੀ ਦਾ ਪ੍ਰਣ ਜਿਹੜਾ ਉਹ ਨਿਭਾ ਲਵੋ। ਸੁਨ ਸਲਾਹ ਐਸੀ ਨਿਜਤੀਆ ਕੀ। ਹੁਣ ਆਪਣੇ ਘਰ ਵਾਲੀ ਦੀ ਇਹ ਸਲਾਹ ਸੁਣ ਕਰਕੇ ਮਾਨੀ ਮਨ ਕਰ ਭਾਵਤ ਨੀਕੀ। ਤੇ ਹੁਣ ਮਨ ਕਰਕੇ ਉਹਨੂੰ ਮੰਨਿਆ ਵੀ ਇਹ ਚੰਗੀ ਗੱਲ ਕਹੀ ਐ ਇਹਨੇ ਕਿ ਅਸੀਂ ਕਿਹੜਾ ਆਪਣੇ ਵਾਸਤੇ ਧਨ ਲੈਣਾ, ਫਿਰ ਤਾਂ ਪਾਪ ਹੋਇਆ। ਅਸੀਂ ਤਾਂ ਪਰਉਪਕਾਰ ਵਾਸਤੇ ਗੁਰੂ ਨਿਮਿਤ ਗੁਰੂ ਨੂੰ ਜੋ ਭੇਟਾ ਭੇਜਣੀ ਹੈ ਤਾਂ ਕਰਕੇ ਇਹ ਕਾਰਜ ਕਰਨਾ ਹੈ।
ਤੇ ਇਹ ਜਿਹੜਾ ਹੈ ਮਨ ਨੂੰ ਗੱਲ ਚੰਗੀ ਲੱਗੀ ਹੈ। ਦੋਹਰਾ ਗਮਨਿਓ ਟਿਗ ਤਬ ਸ਼ਾਹ ਕੇ ਬੈਠਿਓ ਬਚਨੀ ਅਲਾਏ। ਤੇ ਇਹ ਸਿੱਖ ਤੁਰਤ ਉਸੇ ਵੇਲੇ ਸ਼ਾਹੂਕਾਰ ਦੇ ਕੋਲ ਚੱਲ ਕੇ ਗਿਆ। ਸ਼ਾਹੂਕਾਰ ਨੂੰ ਮਿਲ ਕੇ ਕੋਲ ਬਹਿ ਕੇ ਕਹਿਣ ਲੱਗੇ, ਸੈਸ 28 ਦਰਬ ਦੇ ਸੁਤਾ ਬਿਆਹ ਲੈ ਜਾਏ। ਕਹਿਣ ਲੱਗੇ ਸ਼ਾਹੂਕਾਰ ਜੀ ਮੈਨੂੰ 250 ਰੁਪਏ ਦੀ ਲੋੜ ਹੈ, 250 ਰੁਪਇਆ ਤੁਸੀਂ ਮੈਨੂੰ ਦੇ ਦਿਓ ਤੇ ਮੇਰੀ ਪੁੱਤਰੀ ਨੂੰ ਵਿਆਹ ਕੇ ਲੈ ਆਵੋ। ਚੌਪਈ ਕਹੇ ਸ਼ਾਹ ਤੁਮ ਲਿਓ ਬਧੇਰੇ। ਤੇ ਹੁਣ ਜਿਹੜਾ ਸ਼ਾਹੂਕਾਰ ਸੀ ਉਹ ਕਹਿਣ ਲੱਗਾ ਕਿ ਸਿੱਖਾ ਤੇ ਤੂੰ ਬਹੁਤ ਗਰੀਬ ਹੈ, ਤੂੰ ਮੇਰੇ ਕੋਲੋਂ ਵੱਧ ਧਨ ਲੈ ਲੈ, ਤੂੰ 250 ਰੁਪਈਆ ਹੀ ਕਿਉਂ ਮੰਗਦਾ? ਮੇਰੇ ਕੋਲੋਂ ਵਾਧੂ ਧਨ ਹੈ, ਘਰ ਵਿੱਚ ਬਹੁਤ ਧਨ ਹੈ ਤੇ ਮੇਰੇ ਕੋਲੋਂ ਵਾਧੂ ਧਨ ਤੂੰ ਲੈ ਸਕਦਾ ਹੈ। ਦਰਬ ਵਿਸਾਲ ਸਦਨ ਮੈਂ ਮੇਰੇ ਘਰ ਵਿੱਚ ਬਹੁਤ ਜ਼ਿਆਦਾ ਧਨ ਹੈ, ਬਹੁਤ ਮੇਰੇ ਕੋਲ ਧਨ ਹੈ, ਕਿਉਂਕਿ ਸ਼ਾਹੂਕਾਰ ਸੀ, ਸ਼ਾਹੂਕਾਰ ਧਨ ਹੋਣਾ ਸੁਭਾਵਿਕ ਗੱਲ ਸੀ। ਕਹਿਣ ਲੱਗਾ ਬਹੁਤ ਧਨ ਮੇਰੇ ਘਰ ਦੇ ਵਿੱਚ ਹੈ। ਦਾਰਦ ਇੱਕ ਬਾਰ ਨਿਜ ਖੋਈ। ਇਸ ਪ੍ਰਕਾਰ ਦੇ ਨਾਲ ਤੂੰ ਮੇਰੇ ਕੋਲੋਂ ਜਿਹੜਾ ਹੈ ਧਨ ਲੈ ਕੇ ਆਪਣੇ ਘਰ ਦੇ ਵਿੱਚੋਂ ਗਰੀਬੀ ਦੂਰ ਕਰ ਲੈ। ਤੂੰ ਬਹੁਤ ਗਰੀਬ ਹੈ, ਤੇਰੇ ਘਰ ਵਿੱਚ ਬੜੀ ਗਰੀਬੀ ਹੈ ਤੇ ਮੇਰੇ ਕੋਲ ਦਿੱਤਾ ਹੋਇਆ ਰੱਬ ਦਾ ਬਹੁਤ ਧਨ ਹੈ ਤੇ ਤੂੰ 250 ਰੁਪਏ ਹੀ ਮੰਗਿਆ, ਇਸ ਕਰਕੇ ਬਹੁਤਾ ਧਨ ਇੱਕੋ ਵਾਰੀ ਮੇਰੇ ਕੋਲੋਂ ਲੈ ਲੈ ਤੇ ਆਪਣੀ ਗਰੀਬੀ ਦੂਰ ਕਰ ਲੈ। ਸੁਖ ਪਾਵੋ ਕਰ ਸ਼ੰਕ ਨ ਕੋਈ। ਤੂੰ ਮਨ ਵਿੱਚ ਕੋਈ ਸੰਸਾ ਨਾ ਕਰ, ਕੋਈ ਕਿਸੇ ਪ੍ਰਕਾਰ ਦਾ ਮਨ ਵਿੱਚ ਸੰਸਾ ਨਾ ਕਰ ਤੇ ਮੇਰੇ ਕੋਲੋਂ ਧਨ ਲੈ ਕੇ ਸੁਖ ਦੇ ਸਹਿਤ ਜੀਵਨ ਬਤੀਤ ਕਰ। ਸੁਨੋ ਚਾਹ ਮੁਝ ਅਵਰ ਨ ਕੋਈ। ਤੇ ਹੁਣ ਸਿੱਖ ਕਹਿਣ ਲੱਗਾ ਸ਼ਾਹੂਕਾਰ ਨੂੰ, ਜਦੋਂ ਸ਼ਾਹੂਕਾਰ ਨੇ ਕਿਹਾ ਨਾ ਕਿ ਮੇਰੇ ਕੋਲ ਵੱਧ ਧਨ ਲੈ ਲੈ, ਤੂੰ ਆਪਣੀ ਗਰੀਬੀ ਦੂਰ ਕਰ ਲੈ, ਤੇ ਇਹਦੀ ਗੱਲ ਸ਼ਾਹੂਕਾਰ ਦੀ ਸੁਣ ਕੇ ਇਹ ਗੁਰੂ ਕਾ ਸਿੱਖ ਬੋਲਿਆ, ਕਹਿਣ ਲੱਗਾ ਮੈਨੂੰ ਬਹੁਤੇ ਧਨ ਦੀ ਲੋੜ ਨਹੀਂ। ਜਾਚੇ ਜਿਤੇ ਦੀਜੀਏ ਸੋਈ। ਮੈਂ ਜਿੰਨੇ ਤੁਹਾਡੇ ਕੋਲੋਂ ਮੰਗੇ ਨੇ 250 ਰੁਪਏ ਦੀ ਮੰਗ ਕੀਤੀ ਹੈ, ਜਿੰਨੇ ਪੈਸੇ ਮੈਂ ਮੰਗੇ ਨੇ ਓਨੇ ਹੀ ਮੈਨੂੰ ਦੇਣਾ ਕਰੋ। ਅਸ ਕੈ ਲੀ ਤਬ ਸੈਸ 28। ਇਸ ਪ੍ਰਕਾਰ ਦੇ ਨਾਲ 250 ਰੁਪਇਆ ਜਿਹੜਾ ਇਹ ਸ਼ਾਹੂਕਾਰ ਦੇ ਕੋਲੋਂ ਇਸ ਸਿੱਖ ਨੇ ਲੈਣਾ ਕੀਤਾ। ਆਨ ਸਿੱਖ ਕੀ ਭੇਟ ਚੜਾਈ। ਤੇ ਜਿਹੜੇ ਉਹ ਸਿੱਖ ਨੂੰ ਭੇਟਾ ਸੀ ਦੇਣੀ ਸੀ 200 ਰੁਪਏ, ਉਹ ਲਿਆ ਕਰਕੇ 250 ਰੁਪਇਆ ਪੂਰਾ ਹੀ ਗੁਰੂ ਕੇ ਸਿੱਖ ਨੂੰ ਜਿਹੜਾ ਉਹ ਭੇਟ ਦੇ ਦਿੱਤੀ ਹੈ। ਦੋਹਰਾ ਦੋਸੈ ਸਤਿਗੁਰ ਕੋ ਦਿਓ ਸਿੱਖ ਕੀ ਭੇਟ 50। ਦੇਖੋ 200 ਰੁਪਇਆ ਤਾਂ ਗੁਰੂ ਦਾ ਹੁਕਮ ਸੀ, ਸਤਿਗੁਰ ਦਾ ਹੁਕਮ ਸੀ ਕਿ 200 ਰੁਪਇਆ ਲੈਣਾ ਫਿਰ ਭੋਜਨ ਛਕਣਾ। ਇਹ 200 ਰੁਪਏ ਤਾਂ ਸਤਿਗੁਰੂ ਜੀ ਦੀ ਭੇਟਾ ਸੀ ਤੇ 50 ਰੁਪਏ ਸਿੱਖ ਨੂੰ ਦਿੱਤੇ ਭੇਟਾ ਵਜੋਂ। ਦੇਖੋ ਘਰ ਦੇ ਵਿੱਚ ਆਪਣੇ ਭਾਵੇਂ ਅੱਤ ਦੀ ਗਰੀਬੀ ਹੈ, ਪੁੱਤਰੀ ਦੇ ਕੇ ਧਨ ਲਿਆਂਦਾ ਹੈ ਵਿਆਹ ਕਰਕੇ ਸ਼ਾਹੂਕਾਰ ਨਾਲ। ਕਹਿਣ ਲੱਗਾ ਕਿ ਇਹ 200 ਰੁਪਇਆ ਤਾਂ ਸਤਿਗੁਰੂ ਜੀ ਦੀ ਭੇਟਾ ਹੋ ਗਈ ਤੇ ਇਹ ਜਿਹੜਾ ਸਿੱਖ ਚੱਲ ਕੇ ਆਇਆ ਗੁਰੂ ਦਾ ਹੁਕਮਨਾਮਾ ਲੈ ਕੇ, ਇਹਦਾ ਵੀ ਤਾਂ ਸਤਿਕਾਰ ਕਰਨਾ ਬਣਦਾ ਹੈ। 50 ਰੁਪਏ ਉਹ ਸਿੱਖ ਦੇ ਭੇਟਾ ਵਜੋਂ ਦਿੱਤੇ ਹਨ। ਕਰ ਭੋਜਨ ਬਿਸਮੈ ਪਇਓ ਚਲਿਓ ਗੁਰ ਕੇ ਪਾਸ। ਭੋਜਨ ਤਿਆਰ ਕੀਤਾ। ਉਹ ਸਿੱਖ ਨੇ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਭੇਜਿਆ ਹੋਇਆ ਸੀ ਬੜੇ ਪ੍ਰੇਮ ਸਤ ਪ੍ਰਸੰਨ ਹੋ ਕਰਕੇ ਹੁਕਮਨਾਮੀਆਂ ਹੈਰਾਨ ਵੀ ਹੋਇਆ। ਉਹਨੇ ਵੇਖਿਆ ਕਿ ਘਰ ਵਿੱਚ ਗਰੀਬੀ ਵੀ ਬਹੁਤ ਹੈ ਤੇ ਇਹ ਆਪਣੀ ਪੁੱਤਰੀ ਦਾ ਵਿਆਹ ਕਰਕੇ ਸ਼ਾਹੂਕਾਰ ਦੇ ਕੋਲੋਂ ਇਸ ਪ੍ਰਕਾਰ ਦੇ ਨਾਲ ਇਹਨੇ ਧਨ ਲਿਆਂਦਾ ਦਿੱਤਾ ਗੁਰੂ ਕੀ ਭੇਟਾ। 50 ਰੁਪਏ ਮੇਰਾ ਵੀ ਸਤਿਕਾਰ ਕੀਤਾ। ਇਹ ਵੇਖ ਕੇ ਬੜਾ ਹੈਰਾਨ ਹੋਇਆ ਤੇ ਭੋਜਨ ਛਕਣਾ ਕੀਤਾ। ਚੌਪਈ ਮਗ ਮੈਂ ਪਈ ਦੁਪਹਿਰੀ ਜਬਈ। ਹੁਣ ਭੋਜਨ ਛਕ ਕੇ ਸਿੱਖ ਦੇ ਘਰੋਂ ਚਾਲਾ ਪਾ ਦਿੱਤਾ। ਕਰਤਾਰਪੁਰ ਸਾਹਿਬ ਵੱਲ ਨੂੰ ਗੁਰੂ ਸਾਹਿਬ ਵਾਲੇ ਪਾਸੇ ਨੂੰ ਤੁਰਿਆ ਤੇ ਤੁਰਦਿਆਂ ਤੁਰਦਿਆਂ ਰਸਤੇ ਵਿੱਚ ਦੁਪਹਿਰ ਦਾ ਸਮਾਂ ਹੋਇਆ। ਪਿਖ ਇੱਕ ਸਾਧ ਬੈਠ ਗਿਓ ਤਬਈ। ਹੁਣ ਦੁਪਹਿਰ ਦਾ ਸਮਾਂ ਜਾਣ ਕੇ ਕੁਝ ਸਮਾਂ ਆਰਾਮ ਕਰਨ ਦੇ ਲਈ ਇੱਕ ਜਗ੍ਹਾ ਤੇ ਛਾਵੇਂ ਇੱਕ ਸਾਧੂ ਬੈਠਾ ਸੀ। ਉਹ ਪਰਮੇਸ਼ਰ ਦੀ ਭਜਨ ਬੰਦਗੀ ਕਰਨ ਵਾਲਾ ਸਤਪੁਰਸ਼।
ਉਹ ਸਾਧੂ ਦੇ ਕੋਲ ਆਰਾਮ ਕਰਨ ਲਈ ਦੁਪਹਿਰ ਦਾ ਸਮਾਂ ਵੇਖ ਕਰਕੇ ਜਾਣ ਕੇ ਬੈਠ ਗਿਆ। ਥਕਤ ਪਇਓ ਪਹੁੰਚਿਓ ਤੈਂ ਕਾਲਾ। ਜਦੋਂ ਉੱਥੇ ਪਹੁੰਚਿਆ ਜਿੱਥੇ ਸਾਧੂ ਬੈਠਾ ਸੀ, ਦੁਪਹਿਰ ਹੋ ਚੁੱਕੀ ਸੀ, ਪੈਦਲ ਚੱਲ ਕੇ ਆਉਣ ਕਰਕੇ ਸਰੀਰ ਜਿਹੜਾ ਉਹ ਥੱਕਿਆ ਹੋਇਆ ਸੀ। ਤਬ ਇਕ ਆਇਓ ਸ਼ਾਹ ਬਿਸਾਲਾ। ਜਦੋਂ ਇਹ ਸਾਧੂ ਦੇ ਕੋਲ ਬੈਠਾ ਹੈ ਤੇ ਇੰਨੇ ਨੂੰ ਇੱਕ ਜਿਹੜਾ ਸ਼ਾਹੂਕਾਰ ਹੈ ਉਹ ਚੱਲ ਕਰਕੇ ਉੱਥੇ ਆਇਆ। ਸੰਤ ਸਰੂਪ ਬਿਲੋਕ ਕਿਰਪਾਲਾ। ਉਹ ਜਿਹੜਾ ਸਾਧੂ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੈ, ਜੁੜਿਆ ਹੋਇਆ ਹੈ, ਹੁਣ ਉਹਨੇ ਕੀ ਕੀਤਾ, ਸ਼ਾਹੂਕਾਰ ਨੇ ਉਹ ਸਾਧੂ ਨੂੰ ਸੰਤ ਸਰੂਪ ਜਾਣਿਆ ਕਿ ਕਿਰਪਾਲੂ ਨੇ ਇਹ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਨੇ, ਸੰਤ ਸਰੂਪ ਉਹ ਵਾਹਿਗੁਰੂ ਪਰਮੇਸ਼ਰ ਦਾ ਰੂਪ ਜਾਣਦਿਆਂ ਹੋਇਆਂ ਪੇਟ ਚੜਾਇਓ ਇੱਕ ਦੁਸ਼ਾਲਾ। ਉਹਨੇ ਸ਼ਾਹੂਕਾਰ ਨੇ ਇੱਕ ਦੁਸ਼ਾਲਾ ਜਿਹੜਾ ਬੜਾ ਕੀਮਤੀ ਸੀ ਉਹ ਭੇਟਾ ਕੀਤਾ ਸਾਧੂ ਨੂੰ। ਕੁਛ ਧਰ ਮధుਰ ਆਹਾਰ ਅਗਾਰੀ। ਕੁਝ ਬੜੇ ਮਿੱਠੇ ਜਿਹੜੇ ਭੋਜਨ ਵਜੋਂ ਛਕਣ ਵਾਸਤੇ ਪਦਾਰਥ ਸਨ ਉਹ ਭੇਟਾ ਕੀਤੇ ਅੱਗੇ ਰੱਖੇ ਹਨ। ਬੰਧਨ ਕੀਨ ਪਾਓ ਤਰ ਭਾਰੀ। ਤੇ ਇਹ ਭੇਟਾਵਾਂ ਰੱਖ ਕੇ ਉਹ ਸਾਧੂ ਨੂੰ ਸ਼ਾਹੂਕਾਰ ਨੇ ਬੜੇ ਪ੍ਰੇਮ ਸਹਿਤ ਬੰਦਨਾ ਕੀਤੀ ਹੈ। ਦੇ ਕਰ ਪੇਟ ਸ਼ਾਹ ਸੋ ਗਇਓ। ਤੇ ਇਸ ਤਰ੍ਹਾਂ ਦੇ ਨਾਲ ਉਹ ਸ਼ਾਹੂਕਾਰ ਇਹ ਸਾਧੂ ਨੂੰ ਇਹ ਭੇਟਾ ਦੇ ਕੇ ਬੰਦਨਾ ਕਰਕੇ ਚਲਾ ਗਿਆ। ਇੱਕ ਪੰਥੀ ਤਬ ਆਵਤ ਪਇਓ। ਹੁਣ ਇੰਨੇ ਸਮੇਂ ਦੇ ਦੌਰਾਨ ਜਦੋਂ ਸ਼ਾਹੂਕਾਰ ਇਹ ਭੇਟਾ ਦੇ ਕੇ ਉੱਥੋਂ ਚਲਾ ਗਿਆ, ਇੰਨੇ ਸਮੇਂ ਦੇ ਦੌਰਾਨ ਪੰਥੀ ਕਹਿੰਦੇ ਨੇ ਰਾਹੀ ਨੂੰ, ਇੱਕ ਰਾਹੀ ਉਧਰੋਂ ਆ ਰਿਹਾ ਸੀ, ਉਹ ਉੱਥੇ ਪਹੁੰਚਿਆ। ਤੈਂ ਤੇ ਲੀਨ ਉਚਾਏ ਦੁਸ਼ਾਲਾ। ਉਹਨੇ ਵੇਖਿਆ ਕਿ ਸਾਧੂ ਦੇ ਨੇਤਰ ਮੁੰਦੇ ਹੋਏ ਨੇ, ਸਾਧੂ ਤਾਂ ਜੁੜਿਆ ਆਪਣੀ ਭਜਨ ਬੰਦਗੀ ਦੇ ਵਿੱਚ, ਤੇ ਉਹਨੇ ਉਹ ਜਿਹੜਾ ਦੁਸ਼ਾਲਾ ਸੀ ਉਹ ਉਥੋਂ ਚੁੱਕ ਲਿਆ। ਗਮਨ ਕੀਨ ਆਗੇ ਤਤਕਾਲਾ। ਉਹ ਛਾਲਾ ਜਿਹੜਾ ਦੁਸ਼ਾਲਾ ਸੀ ਉਹ ਦੁਸ਼ਾਲਾ ਚੁੱਕ ਕੇ ਉਹ ਜਿਹੜਾ ਰਾਹੀ ਸੀ ਤੁਰਤ ਉਸੇ ਵੇਲੇ ਹੀ ਉਥੋਂ ਅੱਗੇ ਚੱਲ ਪਿਆ। ਦੋਹਰਾ ਸੰਤ ਨ ਬੋਲਿਓ ਕਛ ਤਬੇ ਜਾਣੈ ਉਬੈ ਸਮਾਨ। ਹੁਣ ਉਹ ਜਿਹੜੇ ਸੰਤ ਸੀ ਪਰਮੇਸ਼ਰ ਦੇ ਪਿਆਰੇ, ਉਹਨਾਂ ਨੇ ਹੁਣ ਅੱਗੋਂ ਮੁਖ ਵਿੱਚੋਂ ਕੁਝ ਵੀ ਨਹੀਂ ਬੋਲੇ। ਜਦੋਂ ਸ਼ਾਹੂਕਾਰ ਨੇ ਦੁਸ਼ਾਲਾ ਦਿੱਤਾ, ਭੇਟਾ ਕੀਤਾ, ਤਾਂ ਵੀ ਕੁਝ ਨਹੀਂ ਬੋਲੇ। ਤੇ ਜੇ ਰਾਹੀ ਅੱਗੋਂ ਚੁੱਕ ਕੇ ਲੈ ਗਿਆ ਤੇ ਸੰਤ ਜੀ ਤਾਂ ਵੀ ਕੁਝ ਨਹੀਂ ਬੋਲੇ। ਉਹਨਾਂ ਨੇ ਦੋਵਾਂ ਨੂੰ ਬਰਾਬਰ ਜਾਣਿਆ ਕਿ ਇਹ ਵੀ ਪ੍ਰਮਾਤਮਾ ਦੀ ਮੌਜ ਹੈ, ਉਹ ਆਪ ਹੀ ਦੇਣ ਵਾਲਾ ਹੈ, ਆਪ ਹੀ ਲੈਣ ਵਾਲਾ ਹੈ। ਇਸ ਕਰਕੇ ਨਾ ਦੇਣ ਵਾਲੇ ਦੀ ਉਪਮਾ ਤਾਂ ਨਾ ਲੈ ਕੇ ਜਾਣ ਵਾਲੇ ਦੇ ਲਈ ਕੋਈ ਹੋਰ ਭਾਵਨਾ, ਕੋਈ ਮਾੜੇ ਬੋਲ, ਕੋਈ ਮਾੜੇ ਬਚਨ, ਇਹ ਮਨ ਵਿੱਚ ਐਸਾ ਖਿਆਲ ਨਹੀਂ, ਕਿਉਂਕਿ ਉਹਨਾਂ ਦੀ ਬਿਰਤੀ ਇੱਕ ਸਮਾਨ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਬ੍ਰਹਮ ਗਿਆਨੀ ਦੀਆਂ 12 ਜਿਹੜੀਆਂ ਨਿਸ਼ਾਨੀਆਂ ਦੱਸਿਆ ਸ਼ਬਦ ਅੰਦਰ, ਉਹਨਾਂ ਦਾ ਐਸਾ ਜੀਵਨ ਹੈ, ਨਾ ਜਿਹੜਾ ਰੱਖ ਗਿਆ ਉਹਦੇ ਪ੍ਰਤੀ ਕੋਈ ਐਸਾ ਵਿਚਾਰ ਹੈ, ਨਾ ਖੁਸ਼ੀ ਹੈ ਕਿ ਮੈਨੂੰ ਰੱਖ ਗਿਆ, ਭੇਟਾ ਚੜਾ ਗਿਆ, ਤੇ ਨਾ ਕੋਈ ਜੇ ਲੈ ਕੇ ਚਲਾ ਗਿਆ ਤੇ ਜਾਣ ਦਾ ਕੋਈ ਗਮ ਹੈ। ਅਵਸਥਾ ਜਿਹੜੀ ਉਹ ਇੱਕ ਸਮਾਨ ਹੈ, ਦੋਵਾਂ ਨੂੰ ਬਰਾਬਰ ਜਾਣਿਆ ਹੈ। ਦੀਨ ਭਲਾ ਨੇ ਭਾਖਿਓ ਲੀਨ ਬੁਰਾ ਨਾ ਬਖਾਨ। ਹੁਣ ਦੇਣ ਵਾਲੇ ਨੂੰ ਭਲਾ ਨਹੀਂ ਆਖਿਆ ਕਿ ਭਾਈ ਤੂੰ ਬੜਾ ਚੰਗਾ ਕੀਤਾ, ਮੈਨੂੰ ਦਸ਼ਾਲਾ ਦੇ ਕੇ ਜਾ ਰਹੇ ਹੈ, ਕਿਉਂਕਿ ਉਹਨਾਂ ਦੀ ਸੁਰਤ ਇਹਨਾਂ ਪਦਾਰਥਾਂ ਤੋਂ ਉੱਪਰ ਉੱਠ ਚੁੱਕੀ ਹੈ, ਉਹ ਤਾਂ ਨਾਮ ਨਾਲ ਜੁੜੇ ਹੋਏ ਨੇ। ਹੁਣ ਦੇਣ ਵਾਲੇ ਨੂੰ ਭਲਾ ਨਹੀਂ ਕਿਹਾ ਤੇ ਲੈ ਕੇ ਜਾਣ ਵਾਲੇ ਨੂੰ ਬੁਰਾ ਵੀ ਨਹੀਂ ਕਿਹਾ। ਜੋ ਪਈ ਆਇਓ ਹਰਖ ਨ ਮਨ ਮੈਂ ਕੀਨੋ। ਇਸ ਪ੍ਰਕਾਰ ਦੇ ਨਾਲ ਆਏ ਹੋਏ ਪਦਾਰਥ ਦਾ ਦੁਸ਼ਾਲੇ ਦੀ ਕੋਈ ਖੁਸ਼ੀ ਵੀ ਨਹੀਂ ਕੀਤੀ ਕਿ ਮੇਰੇ ਕੋਲ ਬੜਾ ਕੀਮਤੀ ਦੁਸ਼ਾਲਾ ਸ਼ਾਹੂਕਾਰ ਚੜਾ ਕੇ ਗਿਆ, ਆਉਣ ਦੀ ਕੋਈ ਖੁਸ਼ੀ ਨਹੀਂ ਕੀਤੀ। ਗਇਓ ਜਬੇ ਉਰ ਸ਼ੋਕ ਨ ਚੀਨੋ। ਤੇ ਜੇ ਉਹ ਦੁਸ਼ਾਲਾ ਚਲਾ ਗਿਆ, ਕੋਈ ਅੱਗੋਂ ਲੈ ਗਿਆ, ਤੇ ਉਹਦਾ ਕੋਈ ਸ਼ੋਕ ਵੀ ਨਹੀਂ ਕੀਤਾ। ਸਿੱਖ ਬੈਠਿਓ ਸਭ ਦੇਖ ਤਮਾਸ਼ਾ। ਹੁਣ ਇਹ ਸਿੱਖ ਵੇਖ ਰਿਹਾ ਸਾਰਾ ਤਮਾਸ਼ਾ, ਕਿਉਂਕਿ ਥਕਾਵਟ ਹੋਣ ਕਰਕੇ ਉੱਥੇ ਬੈਠਾ ਸੀ। ਉਹਨੇ ਸਾਰਾ ਤਮਾਸ਼ਾ ਇਹ ਸਿੱਖ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਹੈ। ਪੁਨ ਉੱਠ ਚੱਲਿਓ ਹੇਤ ਪ੍ਰਭ ਪਾਸਾ। ਇਸ ਸਾਰੇ ਤਮਾਸ਼ੇ ਨੂੰ ਵੇਖ ਕਰਕੇ ਕੁਝ ਸਮਾਂ ਆਰਾਮ ਕਰਕੇ
ਸਤਿਗੁਰ ਪਾਤਸ਼ਾਹ ਜੀ ਵੱਲ ਅੱਗੇ ਨੂੰ ਚੱਲ ਪਿਆ। ਪੰਥ ਚਲਤ ਪਾ ਸੰਧਿਆ ਕਾਲਾ। ਹੁਣ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਨੂੰ ਸੰਧਿਆ ਪੈ ਗਈ, ਰਾਤ ਦਾ ਸਮਾਂ ਹੋ ਗਿਆ। ਨਿਕਟ ਨ ਗ੍ਰਾਮ ਉਜਾੜ ਬਿਸਾਲਾ। ਹੁਣ ਨੇੜੇ ਕੋਈ ਨਗਰ ਵੀ ਨਜ਼ਰ ਨਹੀਂ ਆਉਂਦਾ, ਰਸਤੇ ਤੇ ਤੁਰਿਆ ਜਾ ਰਿਹਾ ਹੈ, ਨਗਰ ਕੋਈ ਨੇੜੇ ਨਹੀਂ ਆਉਂਦਾ, ਸਾਰੇ ਪਾਸੇ ਉਜਾੜ ਹੈ। ਤਰੇ ਬਿਰਖ ਕਹਿ ਕੀ ਨੋ ਡੇਰਾ। ਹੁਣ ਇਹਨੇ ਇੱਕ ਬੜਾ ਸੰਘਣਾ ਸੋਹਣਾ ਦਰਖਤ ਵੇਖਿਆ ਤੇ ਉਹ ਦਰਖਤ ਦੇ ਨੀਚੇ ਆਪਣਾ ਡੇਰਾ ਕਰ ਲਿਆ। ਖਗ ਨਰ ਨਾਰੀ ਤਹਾਂ ਬਸੇਰਾ। ਹੁਣ ਉਸ ਦਰਖਤ ਦੇ ਉੱਪਰ ਦੋ ਪੰਛੀ ਰਹਿੰਦੇ ਸਨ, ਨਰ ਤੇ ਮਾਦਾ। ਉਹ ਜਿਹੜੇ ਦਰਖਤ ਦੇ ਥੱਲੇ ਇਹਨੇ ਆਪਣਾ ਡੇਰਾ ਕੀਤਾ ਰਾਤ ਦਾ ਸਮਾਂ ਜਾਣ ਕੇ, ਤਾਂ ਉਸ ਦਰਖਤ ਦੇ ਉੱਪਰ ਨਰ ਤੇ ਮਾਦਾ ਦੋ ਪੰਛੀ ਜਿਹੜੇ ਉਹ ਰਹਿੰਦੇ ਹਨ। ਚਾਰ ਕਟੀ ਬੀਤੀ ਜਬ ਰਹਿਣਾ। ਜਦੋਂ 4 ਘੜੀਆਂ ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ। ਪੰਖਨ ਪੰਖੀ ਸੋ ਕਹਿ ਬੈਨਾ। ਹੁਣ ਜਿਹੜੇ ਮਾਦਾ ਸੀ ਉਹ ਨਰ ਨੂੰ ਕਹਿਣ ਲੱਗੇ, ਜਿਹੜੇ ਦੋ ਪੰਛੀ ਉੱਪਰ ਰਹਿ ਰਹੇ ਨੇ ਨਰ ਤੇ ਮਾਦਾ, ਉਹਨੂੰ ਮਾਦਾ ਜਿਹੜੇ ਆ ਉਹ ਨਰ ਨੂੰ ਕਹਿਣ ਲੱਗੇ, ਪੰਛੀ ਜਿਹੜੇ ਆਪਸ ਵਿੱਚ ਗੱਲ ਕਰਨ ਲੱਗੇ। ਆਇਓ ਅਤਿਥੀ ਹਮਾਰ ਅਗਾਰਾ। ਅਤਿਥੀ ਕਹਿੰਦੇ ਨੇ ਪ੍ਰਾਹੁਣਾ, ਮਹਿਮਾਨ ਚੱਲ ਕੇ ਆਉਣਾ। ਕਹਿਣ ਲੱਗੇ ਕਿ ਇਹ ਜਿਹੜਾ ਮਨੁੱਖ ਇੱਥੇ ਰਾਤ ਠਹਿਰਿਆ ਹੈ, ਕਿਉਂਕਿ ਸਾਡਾ ਘਰ ਹੈ ਇੱਥੇ, ਉਹ ਬ੍ਰਿਸ਼ ਦੇ ਉੱਪਰ ਦਰਖਤ ਦੇ ਉੱਪਰ ਉਹਨਾਂ ਨੇ ਆਲਣਾ ਬਣਾਇਆ, ਉਹਦੇ ਵਿੱਚ ਰਹਿੰਦੇ ਸੀ ਦੋਵੇਂ ਜਣੇ। ਕਹਿਣ ਲੱਗੇ ਇਹ ਅਤਿਥੀ, ਇਹ ਮਹਿਮਾਨ ਚੱਲ ਕੇ ਸਾਡੇ ਘਰ ਦੇ ਵਿੱਚ ਆਇਆ, ਸਾਡਾ ਪ੍ਰਾਹੁਣਾ ਮਹਿਮਾਨ ਹੈ। ਇਸ ਕੋ ਦੇਨੋ ਬਨੇ ਆਹਾਰਾ। ਇਹਨੂੰ ਭੋਜਨ ਦੇਣਾ ਹੁਣ ਸਾਡਾ ਫਰਜ਼ ਬਣਦਾ ਹੈ। ਰਾਤ ਇਹਨੇ ਬਤੀਤ ਕੀਤੀ ਹੈ, ਰਾਤ ਦਾ ਥੱਕਿਆ ਟੁੱਟਿਆ ਆਇਆ, ਇਹਨੂੰ ਭੁੱਖ ਲੱਗੀ ਹੋਏਗੀ। ਹੁਣ ਦੋਵੇਂ ਆਪਸ ਵਿੱਚ ਗੱਲ ਕਰਦੇ ਨੇ ਕਿ ਸਾਡੇ ਘਰ ਵਿੱਚ ਆਇਆ ਤੇ ਸਾਡਾ ਫਰਜ਼ ਬਣਦਾ ਇਹਨੂੰ ਭੋਜਨ ਦਈਏ, ਇਹਨੂੰ ਹੁਣ ਭੋਜਨ ਛਕਾਉਣਾ ਜਿਹੜਾ ਸਾਡਾ ਫਰਜ਼ ਬਣਦਾ ਹੈ। ਅਸ ਕੈ ਪੁਰ ਕੋ ਲੀਨ ਉਡਾਰੀ। ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਵਿੱਚੋਂ ਇੱਕ ਜਣੇ ਨੇ ਨਗਰ ਵਾਲੇ ਪਾਸੇ ਨੂੰ ਜਿਹੜੀ ਉਡਾਰੀ ਲਾਈ। ਹੁਣ ਇਹ ਗ੍ਰਸਤੀ ਦਾ ਜੀਵਨ ਹੈ, ਸਤਿਗੁਰੂ ਪਾਤਸ਼ਾਹ ਸਾਰਾ ਸਮਝਾ ਰਹੇ, ਪਹਿਲਾਂ ਸਿੱਖ ਦਾ ਜੀਵਨ, ਫਿਰ ਫਕੀਰ ਦਾ ਜੀਵਨ ਕੀ ਹੈ ਤੇ ਗ੍ਰਸਤੀ ਦਾ ਜੀਵਨ ਕੀ ਹੈ। ਸਤਿਗੁਰੂ ਪਾਤਸ਼ਾਹ ਤਾਂ ਹੀ ਉਪਦੇਸ਼ ਦਿੰਦੇ ਨਾ ਜਦੋਂ ਸੰਗਤਾਂ ਚੱਲ ਕੇ ਆਉਂਦੀਆਂ ਕਿ ਸਿੱਖ ਦੇ ਘਰ ਦੇ ਵਿੱਚ ਕੋਈ ਭੁੱਖਾ ਚੱਲ ਕੇ ਆ ਜਾਵੇ, ਉਹਨੂੰ ਭੋਜਨ ਛਕਾਉਣਾ, ਆਰਾਮ ਲਈ ਮੰਜਾ ਬਿਸਤਰਾ ਦੇਣਾ, ਤਨ ਢੱਕਣ ਲਈ ਵਸਤਰ ਦੇਣਾ। ਤੇ ਹੁਣ ਇਹਨਾਂ ਦੇ ਵਿੱਚੋਂ ਇੱਕ ਜਣੇ ਨੇ ਜਿਹੜਾ ਉਹ ਨਗਰ ਵਾਲੇ ਪਾਸੇ ਨੂੰ ਉਡਾਰੀ ਲਾਈ। ਆਨੀ ਅਗਨੀ ਚੁੰਝ ਮਜਾਰੀ। ਹੁਣ ਨਗਰ ਵਿੱਚ ਜਿੱਥੇ ਕਿਸੇ ਦੇ ਚੁੱਲ੍ਹੇ 'ਚ ਅੱਗ ਬਲਦੀ ਸੀ, ਉਹ ਬਲਦੀ ਹੋਈ ਇੱਕ ਲੱਕੜੀ ਆਪਣੇ ਚੁੰਝ ਵਿੱਚ ਪਕੜ ਕਰਕੇ ਲਿਆਂਦੀ ਹੈ। ਦਈ ਸਿੱਖ ਕੋ ਤਤ ਛਿਨ ਲਿਆਏ। ਹੁਣ ਉਹ ਜਿੱਥੇ ਸਿੱਖ ਬੈਠਾ ਸੀ ਉੱਥੇ ਲਿਆ ਕੇ ਉਹ ਜਿਹੜੀ ਬਲਦੀ ਹੋਈ ਲੱਕੜੀ ਸੀ ਉੱਥੇ ਰੱਖੀ ਹੈ। ਤ੍ਰਿਣ ਚੁਣ ਪੰਖੀ ਕਰ ਇੱਕ ਠਾਏ। ਹੁਣ ਇਹਨਾਂ ਦੋਵਾਂ ਨੇ, ਨਰ ਤੇ ਮਾਦਾ ਨੇ ਮਿਲ ਕੇ ਉਥੋਂ ਕੁਝ ਡੱਕੇ ਜਿਹੜੇ ਸਨ ਆਪਣੀ ਚੁੰਝ ਨਾਲ ਇਕੱਠੇ ਕੀਤੇ ਤੇ ਇਕੱਠੇ ਕਰਕੇ ਜਿਹੜੀ ਉਹ ਬਲਦੀ ਹੋਈ ਲੱਕੜੀ ਸੀ ਅੱਗ ਦੀ, ਉਹਦੇ ਉੱਪਰ ਲਿਆ ਕੇ ਟਿਕਾਉਣੇ ਸ਼ੁਰੂ ਕਰ ਦਿੱਤੇ। ਅਗਨ ਜਗਾਈ ਸਿੱਖ ਨੇ ਜਬਈ। ਤੇ ਜਦੋਂ ਹੁਣ ਉਹ ਅੱਗ ਉਥੋਂ ਬਲੀ ਜਿੱਥੇ ਸਿੱਖ ਬੈਠਾ ਹੈ, ਸਿੱਖ ਨੇ ਜਦੋਂ ਉਹ ਸਾਰੇ ਡੱਕੇ ਇਕੱਠੇ ਕਰਕੇ ਉੱਪਰ ਰੱਖ ਕੇ ਉਹ ਜਦੋਂ ਅੱਗ ਲਾਈ ਉਹਨਾਂ ਨੂੰ, ਗਿਰ ਕੇ ਪਰੀ ਬਿਹੰਗਨ ਤਬਈ। ਤੇ ਜਦੋਂ ਹੁਣ ਅੱਗ ਬਲ ਉੱਠੀ, ਡੱਕਿਆਂ ਨੂੰ ਅੱਗ ਲੱਗ ਗਈ ਤੇ ਬਿਹੰਗਨ, ਹੁਣ ਜਿਹੜਾ ਮਾਦਾ ਸੀ ਪੰਛੀਆਂ ਦੇ ਵਿੱਚੋਂ, ਉਹ ਬਿਹੰਗਨ ਜਿਹੜਾ ਮਾਦਾ ਪੰਛੀ ਸੀ ਉਹ ਬਲਦੀ ਹੋਈ ਅੱਗ ਦੇ ਵਿੱਚ ਡਿੱਗ ਪਿਆ। ਤਿਸ ਪਛਾਤ ਬਿਹੰਗ ਗਿਰ ਪਰਿਓ। ਤੇ ਇਹਦੇ ਪਿੱਛੋਂ ਜਿਹੜਾ ਮਾਦਾ ਸੀ, ਨਰ ਸੀ, ਉਹਨੇ ਵੀ ਉਸ ਅੱਗ ਦੇ ਵਿੱਚ ਆਪਣੇ ਆਪ ਨੂੰ ਸੁੱਟਣਾ ਕੀਤਾ, ਉਹ ਵੀ ਬਲਦੀ ਹੋਈ ਅੱਗ ਦੇ ਵਿੱਚ ਡਿੱਗਿਆ ਹੈ। ਹੁਤੋ ਭੂਖ ਯੁਤ ਭੋਜਨ ਕਰਿਓ। ਤੇ ਹੁਣ ਇਹ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਇਹਨੂੰ ਭੇਜਿਆ ਸੀ ਸਿੱਖ ਦੇ ਕੋਲ, ਰਾਤ ਇੱਥੇ ਠਹਿਰਿਆ ਤੇ ਭੁੱਖ ਬਹੁਤ ਲੱਗੀ ਹੋਈ ਸੀ। ਹੁਣ ਭੁੱਖ ਲੱਗੀ ਹੋਣ ਕਰਕੇ ਇਹਨਾਂ ਦਾ ਇਹਨੇ ਭੋਜਨ ਕੀਤਾ, ਭੋਜਨ ਛਕ ਲਿਆ ਹੈ। ਪੂਰਬ ਜਨਮ ਪੰਖ ਤਰ ਜੋਏ। ਤੇ ਪੂਰਬਲਾ ਜਨਮ ਕੋਈ ਐਸਾ ਸੀ ਜਿਹਦੇ ਕਾਰਨ ਇਹਨਾਂ ਨੂੰ ਪੰਛੀ ਦੀ ਜੂਨੀ ਮਿਲੀ, ਪੰਛੀ ਦੀ ਜੂਨੀ ਵਿੱਚ ਪਏ। ਗੁਰ ਕੇ ਸਿੱਖ ਸਿੱਖਣੀ ਸੋਏ। ਤੇ ਗੁਰੂ ਕੇ ਸਿੱਖ ਸਿੱਖਣੀ ਸਨ, ਕੋਈ ਐਸਾ ਕਰਮ ਕਰਨ ਕਰਕੇ ਇਹਨਾਂ ਨੂੰ ਪੰਛੀ ਦੀ ਜੂਨ ਮਿਲੇ। ਕਿਸੂ ਦੋਸ਼ ਤੇ ਖਗ ਤਨ ਪਾਇਓ। ਕਿਸੇ ਦੋਸ਼ ਦੇ ਕਾਰਨ ਪੰਛੀਆਂ ਦੀ ਜੂਨੀ ਵਿੱਚ ਜਾਣਾ ਪਿਆ।
ਪਰ ਉਪਕਾਰ ਹੇਤ ਛੁਟਕਾਇਓ। ਹੁਣ ਪਰਉਪਕਾਰ ਕਰਨ ਵਾਸਤੇ ਇਹਨਾਂ ਨੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਕੇ ਭੋਜਨ ਬਣਨਾ ਕੀਤਾ। ਇਹ ਜਿਹੜਾ ਰਾਤ ਰੁਕਿਆ ਗੁਰੂ ਕਾ ਭੇਜਿਆ ਹੋਇਆ ਸਿੱਖ ਪਰਉਪਕਾਰ, ਗੁਰੂ ਕਾ ਸਿੱਖ ਜਿਹੜਾ ਗ੍ਰਸਤੀ ਹੈ ਉਹ ਪਰਉਪਕਾਰੀ ਹੈ। ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਵੇ, ਕਿਰਤ ਕਰਦਾ ਹੈ, ਕਿਰਤ ਵਿੱਚੋਂ ਵੰਡ ਕੇ ਛਕਦਾ ਹੈ, ਲੋੜਵੰਦ ਦੀ ਲੋੜ ਪੂਰੀ ਕਰਦਾ ਹੈ, ਗ੍ਰਸਤੀ ਦਾ ਜੀਵਨ ਹੈ। ਹੁਣ ਇਹਨਾਂ ਨੇ ਵੀ ਦੋਵੇਂ ਗ੍ਰਸਤੀ ਨਰ ਤੇ ਮਾਦਾ ਸਨ। ਇਹਨਾਂ ਨੇ ਵੀ ਵੇਖਿਆ ਕਿ ਸਾਡੇ ਘਰ ਪ੍ਰਾਹੁਣਾ ਆਇਆ, ਮਹਿਮਾਨ ਹੈ ਸਾਡਾ ਰਾਤ ਦਾ, ਸਾਡਾ ਵੀ ਫਰਜ਼ ਬਣਦਾ ਇਹਨੂੰ ਭੋਜਨ ਛਕਾਈਏ। ਇਹ ਪਰਉਪਕਾਰ ਵਾਸਤੇ ਇਹਨਾਂ ਨੇ ਕਾਰਜ ਕੀਤਾ। ਦੋਹਰਾ ਸ਼੍ਰੀ ਪ੍ਰਭ ਤਿਨ ਕੋ ਗਤ ਦਈ, ਭੋਰ ਪਾਈ ਜਬ ਆਏ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਦੋਨਾਂ ਨੂੰ ਮੁਕਤ ਕਰ ਦਿੱਤਾ। ਜੋ ਕਰਮ ਕਰਨ ਕਰਕੇ ਪੰਛੀ ਦੀ ਜੂਨ ਮਿਲੀ ਸੀ ਤੇ ਪਰਉਪਕਾਰੀ ਬਿਰਤੀ ਹੋਣ ਕਰਕੇ ਸਿੱਖ ਦਾ ਭੋਜਨ ਬਣੇ, ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਮੁਕਤ ਕਰ ਦਿੱਤਾ। ਮੁਕਤ ਹੋ ਗਏ ਤੇ ਭੋਰ ਭਈ ਜਬ ਆਏ, ਜਦੋਂ ਸਵੇਰ ਦਾ ਸਮਾਂ ਹੋਇਆ ਇਹ ਸਿੱਖ ਚੱਲ ਕਰਕੇ ਜਦੋਂ ਆਇਆ, ਸਭ ਬਿਦ ਅਚਰਜ ਦੇਖ ਕੇ ਚਲਿਓ ਪੰਥ ਤਬ ਧਾਏ। ਉਹਨੇ ਬੜਾ ਹੈਰਾਨ ਹੈ, ਸਾਰਾ ਕੁਝ ਵੇਖਿਆ। ਪਹਿਲਾਂ ਸਿੱਖ ਦੇ ਘਰ ਦੇ ਹਾਲਾਤ ਵੇਖੇ, ਫਿਰ ਸਾਧੂ ਦੀ ਅਵਸਥਾ ਵੇਖੀ, ਫਿਰ ਇਹ ਪੰਛੀਆਂ ਦਾ ਪਰਉਪਕਾਰ ਦਾ ਜਿਹੜਾ ਕਾਰਜ ਇਹ ਵੇਖਿਆ। ਇਹ ਸਾਰਾ ਵੇਖ ਕੇ ਬੜਾ ਹੈਰਾਨ ਹੈ। ਹੈਰਾਨ ਹੋਇਆ, ਹੁਣ ਅੱਗੇ ਵੱਲ ਨੂੰ ਚੱਲ ਪਿਆ। ਚੌਪਈ ਪਹੁੰਚਿਓ ਪੁਰ ਕਰਤਾਰ ਮਝਾਰੀ। ਤੇ ਹੁਣ ਚਲਦਿਆਂ ਪੈਂਡਾ ਤੈਅ ਕਰਕੇ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ। ਸਰਬ ਦਰਬ ਤਰ ਗੁਰੂ ਅਗਾਰੀ। ਉਹ ਜਿਹੜਾ ਧਨ ਦਿੱਤਾ ਸੀ ਉਹ ਸਿੱਖ ਨੇ, ਉਹ ਸਾਰਾ ਧਨ ਗੁਰੂ ਸਾਹਿਬ ਜੀ ਦੇ ਭੇਟਾ ਵਜੋਂ ਜਿਹੜਾ ਉਹ ਭੇਜਿਆ ਹੋਇਆ ਅੱਗੇ ਰੱਖਿਆ ਹੈ। ਹੱਥ ਜੋੜ ਕੇ ਬੰਧਨ ਕੀਨੀ। ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਲੀਨ ਉਪਦੇਸ਼ ਜਾਸ ਮਤ ਪੀਨੀ। ਜਿਹਦਾ ਮਨ ਜਿਹੜਾ ਸੀ ਮਤ ਗੁਰੂ ਦਾ ਉਪਦੇਸ਼ ਲੈਣ ਵਿੱਚ ਭਿੱਜਿਆ ਹੋਇਆ ਸੀ, ਮਨ ਅੰਦਰੋਂ ਪੂਰੀ ਤਰ੍ਹਾਂ ਭਿੱਜਿਆ ਸੀ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਨ ਵਾਸਤੇ। ਬੋਲੇ ਪ੍ਰਭੂ ਨਿਸ਼ਾ ਤਵ ਹੋਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸ ਨੂੰ ਕਿ ਭਾਈ ਤੇਰੀ ਤਸੱਲੀ ਹੋ ਗਈ। ਪੁੱਛਦਾ ਸੀ ਨਾ ਮੈਂ ਕੀ ਬਣਾ, ਸਾਧੂ ਸਿੱਖ ਬਣਾ, ਸਾਧੂ ਬਣਾ, ਗ੍ਰਸਤੀ ਬਣਾ। ਤੇ ਹੁਣ ਤਿੰਨਾਂ ਦਾ ਜੀਵਨ ਵਿਖਾ ਦਿੱਤਾ ਗੁਰੂ ਸਾਹਿਬ ਜੀ ਨੇ। ਤੇ ਗੁਰੂ ਪਾਤਸ਼ਾਹ ਜੀ ਕੋਲ ਜਦੋਂ ਆਇਆ, ਭੇਟਾ ਅੱਗੇ ਰੱਖੀ, ਬੰਦਨਾ ਕੀਤੀ, ਤੇ ਗੁਰੂ ਸਾਹਿਬ ਪੁੱਛਦੇ ਨੇ ਭਾਈ ਤੇਰੀ ਤਸੱਲੀ ਹੋ ਗਈ, ਤੇਰੀ ਨਿਸ਼ਾ ਹੋ ਗਈ। ਪ੍ਰਥਮ ਆਏ ਕੇ ਬੂਝਿਓ ਜੋਈ। ਤੂੰ ਜਦੋਂ ਚੱਲ ਕੇ ਸਾਡੇ ਕੋਲ ਆਇਆ ਸੀ, ਪਹਿਲਾਂ ਸਾਨੂੰ ਆ ਕੇ ਇੱਕ ਸਵਾਲ ਕੀਤਾ ਸੀ, ਜੋ ਪ੍ਰਸ਼ਨ ਪੁੱਛਿਆ ਸੀ, ਉਹ ਪ੍ਰਸ਼ਨ ਦੇ ਬਾਬਤ ਜੋ ਤੈਨੂੰ ਅਸੀਂ ਦਿਖਾਇਆ ਉਹਦੇ ਨਾਲ ਦੇਖਣ ਨਾਲ ਤੇਰੀ ਤਸੱਲੀ ਹੋਈ। ਕਹੇ ਸਿੱਖ ਮੈਂ ਕਛੂ ਨ ਜਾਣੋ। ਹੁਣ ਇਹ ਸਿੱਖ ਕਹਿਣ ਲੱਗਾ ਪਾਤਸ਼ਾਹ ਮੈਂ ਕੁਝ ਨਹੀਂ ਜਾਣਦਾ, ਦੇਖਿਆ ਮੈਂ ਸਾਰਾ ਕੁਝ ਹੈ, ਪਰ ਤੁਹਾਡਾ ਕੌਤਕ ਕੀ ਹੈ ਉਹਨੂੰ ਮੈਂ ਨਹੀਂ ਜਾਣਦਾ। ਪਾਤਸ਼ਾਹ ਮੈਂ ਕੁਝ ਨਹੀਂ ਜਾਣ ਸਕਦਾ। ਸਮਝਾਵੋ ਅਬ ਕਰੋ ਬਖਾਨੋ। ਆਪ ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ ਪਾਤਸ਼ਾਹ। ਆਪਣੇ ਮੁਖ ਦੇ ਵਿੱਚੋਂ ਬੋਲ ਕੇ ਦੱਸ ਕਰਕੇ, ਪਾਤਸ਼ਾਹ ਮੇਰੀ ਮਤ ਥੋੜੀ ਹੈ, ਮੈਂ ਨਹੀਂ ਸਮਝ ਸਕਿਆ ਆਪ ਦੇ ਕੌਤਕ ਨੂੰ, ਆਪ ਕਿਰਪਾ ਕਰਕੇ ਮੈਨੂੰ ਦੱਸ ਕੇ ਸਮਝਾਉਣਾ ਕਰੋ। ਦੋਹਰਾ ਸ਼੍ਰੀ ਪ੍ਰਭ ਬੋਲੇ ਸਿੱਖ ਤੈ ਜੈਸੋ ਦੇਖਿਓ ਜਾਏ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਤੈਨੂੰ ਅਸੀਂ ਸਿੱਖ ਦੇ ਕੋਲ ਭੇਜਿਆ, ਉਹ ਸਿੱਖ ਦੇ ਬਾਬਤ ਜਾ ਕਰਕੇ ਤੂੰ ਉਹਦੇ ਘਰ ਦੇ ਬਾਬਤ ਜਾਣ ਕੇ ਸਾਰਾ ਸਰਬੰਸ ਦੇ ਬਾਬਤ ਗੁਰੂ ਕਾ ਸਿੱਖ ਦਾ ਜਿਹੜਾ ਜੀਵਨ ਹੈ, ਜੋ ਉਹਦੇ ਘਰ ਦੇ ਹਾਲਾਤ ਨੇ ਉਹ ਵੇਖਣਾ ਕੀਤੇ। ਗੁਰ ਕੋ ਸਰਬਸ ਜਾਣ ਕੇ ਸੁਤਾ ਵੇਚ ਧਨ ਲਿਆਏ। ਉਹ ਸਿੱਖ ਦਾ ਜੀਵਨ ਵੇਖਿਆ ਕਿ ਜੋ ਗੁਰੂ ਸਾਹਿਬ ਦੀ ਭੇਟਾ ਸੀ ਸਿੱਖੀ ਪ੍ਰਣ ਨਿਭਾਉਣ ਵਾਸਤੇ ਆਪਣਾ ਸਰਬੰਸ ਨੂੰ ਗੁਰੂ ਕਾ ਜਾਣਿਆ ਕਿ ਇਹ ਗੁਰੂ ਕਾ ਦਿੱਤਾ ਹੋਇਆ ਹੈ, ਇਹ ਦਾਤਾ ਇਹ ਪਰਿਵਾਰ ਗੁਰੂ ਦਾ ਦਿੱਤਾ ਹੈ। ਤੇ ਇਹ ਜਾਣ ਕਰਕੇ ਉਹਨੇ ਆਪਣੀ ਪੁੱਤਰੀ ਜਿਹੜੀ ਹੈ ਉਹ ਸ਼ਾਹੂਕਾਰ ਦੇ ਨਾਲ ਵਿਆਹ ਕੇ ਧਨ ਲਿਆਉਣਾ ਕੀਤਾ। ਚੌਪਈ ਸਿੱਖ ਹੋਣ ਜੇ ਮਨ ਲਲਚਾਵੇ। ਤੇ ਪਾਤਸ਼ਾਹ ਕਹਿਣ ਲੱਗੇ ਕਿ ਤੂੰ ਪੁੱਛਿਆ ਸੀ ਕਿ ਮੈਂ ਸਿੱਖ ਬਣਾ, ਸਿੱਖੀ ਧਾਰਨ ਕਰਾਂ,
ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਜੇ ਤੇਰਾ ਮਨ ਲਲਚਾਉਂਦਾ ਕਿ ਮੈਂ ਸਿੱਖ ਬਣਾ, ਮੈਂ ਸਿੱਖੀ ਧਾਰਨ ਕਰਨੀ ਹੈ, ਤਿਸ ਸਮ ਬਨੋ ਪਰਮ ਗਤ ਪਾਵੇ। ਤੇ ਉਹ ਸਿੱਖ ਦੇ ਵਰਗਾ ਬਣਨਾ ਕਰ। ਜਿਹੜੇ ਸਿੱਖ ਦਾ ਤੂੰ ਜੀਵਨ ਵੇਖ ਕੇ ਆਇਆ ਹੈ, ਘਰ ਵਿੱਚ ਭਾਵੇਂ ਅੱਤ ਦੀ ਗਰੀਬੀ ਹੈ, ਉਹ ਆਪਣੇ ਸਰਬੰਸ ਨੂੰ, ਪਰਿਵਾਰ ਨੂੰ ਗੁਰੂ ਕਾ ਪਰਿਵਾਰ ਜਾਣਦਾ, ਗੁਰੂ ਦੀਆਂ ਦਾਤਾਂ ਚੋਂ ਸਮਝਦਾ ਹੈ, ਆਪਣੀ ਪੁੱਤਰੀ ਨੂੰ ਵਿਆਹ ਕੇ ਸ਼ਾਹੂਕਾਰ ਨੂੰ ਭੇਟਾ ਅਰਪਣ ਕਰਦਾ ਹੈ। ਤੇ ਜੇ ਸਿੱਖ ਬਣਨਾ ਹੈ ਤੇ ਫਿਰ ਉਹ ਸਿੱਖ ਵਰਗਾ ਸਿੱਖ ਬਣ ਤੇ ਸਿੱਖ ਬਣ ਕੇ ਪਰਮ ਗਤੀ ਨੂੰ, ਪਰਮ ਪਦਵੀ ਨੂੰ ਪ੍ਰਾਪਤ ਕਰ। ਜੇ ਤੂੰ ਚਾਹਤ ਕਰਨ ਫਕੀਰੀ, ਤੇ ਜੇ ਤੂੰ ਫਕੀਰ ਬਣਨਾ ਚਾਹੁੰਦਾ, ਤੇਰੇ ਮਨ ਵਿੱਚ ਚਾਹਤ ਹੈ ਕਿ ਮੈਂ ਫਕੀਰੀ ਧਾਰਨ ਕਰਨੀ ਹੈ, ਫਕੀਰ ਬਣਨਾ ਹੈ, ਉਰ ਤੇ ਤਜੋ ਹਰਖ ਦਿਲਗੀਰੀ, ਤੇ ਹਿਰਦੇ ਵਿੱਚੋਂ ਫਿਰ ਖੁਸ਼ੀ ਤੇ ਗਮੀ ਦਾ ਤਿਆਗ ਕਰ ਦੇ। ਨਾ ਫਿਰ ਖੁਸ਼ੀ ਤੇ ਨਾ ਗਮੀ, ਇਹਨਾਂ ਤੋਂ ਰਹਿਤ ਹੋ ਜਾ। ਜੇ ਕੁਝ ਪ੍ਰਾਪਤ ਹੋ ਗਿਆ ਤਾਂ ਉਹਦੀ ਖੁਸ਼ੀ ਨਹੀਂ, ਜੇ ਕੋਈ ਚਲਾ ਗਿਆ ਤਾਂ ਉਹਦਾ ਕੋਈ ਗਮ ਨਹੀਂ। ਇਹ ਹਿਰਦੇ ਵਿੱਚੋਂ ਖੁਸ਼ੀ ਤੇ ਗਮੀ ਨੂੰ ਫਿਰ ਦੂਰ ਕਰ ਦੇ। ਪੰਥ ਵਿਖੇ ਦੇਖਿਓ ਸੰਤ ਜੈਸਾ, ਉਹ ਜਿਹੜਾ ਰਸਤੇ ਵਿੱਚ ਤੂੰ ਸੰਤ ਵੇਖਿਆ, ਉਹ ਸੰਤ ਦਾ ਜੀਵਨ ਵੇਖਿਆ ਹੈ ਨਾ, ਉਹ ਸੰਤ ਜੋ ਰਸਤੇ ਦੇ ਵਿੱਚ ਤੂੰ ਵੇਖਿਆ ਹੈ, ਕਰ ਸਮਾਨ ਬਿਰਤੀ ਹੋਏ ਤੈਸਾ, ਆਪਣੀ ਬਿਰਤੀ ਫਿਰ ਉਹ ਸੰਤ ਦੇ ਸਮਾਨ ਕਰ ਲੈ, ਜਿਹਨੂੰ ਦਸ਼ਾਲਾ ਆਉਣ ਦੀ ਖੁਸ਼ੀ ਨਹੀਂ ਤੇ ਜਾਣ ਦਾ ਗਮ ਨਹੀਂ। ਆਪਣੀ ਬਿਰਤੀ ਜਿਹੜੀ ਹੈ ਉਹ ਫਿਰ ਸੰਤ ਵਰਗੀ ਬਣਾਉਣਾ ਕਰ। ਪਾਏ ਪਦਾਰਥ ਹਰਖ ਨ ਕੀਨਾ, ਜਿਹਨੇ ਪਦਾਰਥ ਨੂੰ ਪਾ ਕੇ ਕੋਈ ਖੁਸ਼ੀ ਨਹੀਂ ਕੀਤੀ, ਬਿਰਤੀ ਤੇਰੀ ਇਹ ਬਣ ਜਾਏ ਕਿ ਜੇ ਕੋਈ ਪਦਾਰਥ ਪ੍ਰਾਪਤ ਹੋ ਗਿਆ ਤੇ ਉਹਦੀ ਕੋਈ ਬਹੁਤੀ ਖੁਸ਼ੀ ਨਹੀਂ। ਗਇਓ ਪਾਸ ਤੇ ਸ਼ੋਕ ਨ ਕੀਨਾ, ਜਿਹਦੇ ਕੋਲੋਂ ਚਲਾ ਗਿਆ ਤੇ ਮਨ ਵਿੱਚ ਸ਼ੋਕ ਧਾਰਨ ਨਹੀਂ ਕਰਨਾ, ਗਮ ਨਹੀਂ ਕਰਨਾ। ਪਦਾਰਥ ਪ੍ਰਾਪਤ ਹੋ ਗਿਆ, ਪਦਾਰਥ ਮਿਲ ਗਿਆ, ਮਿਲੇ ਦੀ ਖੁਸ਼ੀ ਨਹੀਂ ਤੇ ਗਏ ਦਾ ਗਮ ਨਹੀਂ। ਗ੍ਰਸਤ ਧਰਮ ਚਾਹਤ ਜੇ ਕਰਨਾ, ਤੇ ਹੁਣ ਤੀਸਰਾ ਤੂੰ ਕਿਹਾ ਸੀ ਕਿ ਮੈਂ ਜਾਂ ਗ੍ਰਸਤੀ ਬਣ ਜਾ, ਤੇ ਜੇ ਤੂੰ ਗ੍ਰਸਤ ਧਰਮ ਧਾਰਨ ਕਰਨਾ ਚਾਹੁੰਦਾ ਹੈ ਤੋ ਪੰਖੀ ਜਿਉ ਕਰੋ ਅਚਰਨਾ, ਤੇ ਉਹ ਪੰਖੀ ਦਾ ਜਿਹੜਾ ਤੂੰ ਜੀਵਨ ਵੇਖਿਆ ਨਾ, ਪੰਛੀਆਂ ਦਾ ਜਿਹੜਾ ਉਹਨਾਂ ਦਾ ਪਰਉਪਕਾਰ ਵਾਲੀ ਬਿਰਤੀ ਸੀ, ਉਹ ਪੰਛੀਆਂ ਦਾ ਜਿਹੜਾ ਜੀਵਨ ਤੂੰ ਵੇਖ ਕਰਕੇ ਆਇਆ ਹੈ। ਏਤ ਅਤਿਥੀ ਕੇ ਦੁੱਖ ਨਾ ਵਿਚਰਿਓ, ਉਹਨਾਂ ਨੇ ਅਤਿਥੀ ਜਾਣਦੇ ਆ, ਪ੍ਰਾਹੁਣਚਾਰੀ ਪੂਰੀ ਕਰਦੇ ਆ, ਭੋਜਨ ਛਕਾਉਣ ਵਾਸਤੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਆਪਣਾ ਆਪ ਨਹੀਂ ਵਿਚਾਰਿਆ, ਆਪਣੇ ਆਪ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਖਿਨ ਮੈਂ ਨਿਜ ਸਰੀਰ ਪਰ ਹਰਿਓ, ਉਹਨਾਂ ਨੇ ਕੋਈ ਦੇਰੀ ਨਹੀਂ ਲਾਈ, ਇੱਕ ਛਿਣ ਦੇ ਵਿੱਚ ਆਪਣਾ ਜਿਹੜਾ ਸਰੀਰ ਸੀ ਉਹ ਅੱਗ ਦੇ ਵਿੱਚ ਸਾੜ ਲਿਆ ਤੇ ਤੇਰਾ ਭੋਜਨ ਬਣੇ। ਉਹਨਾਂ ਆਪਣੇ ਸਰੀਰ ਦੀ ਜਿਹੜੀ ਉਹ ਪਰਵਾਹ ਨਹੀਂ ਕੀਤੀ। ਤੀਨੋ ਇਹ ਵਿਚਾਰੀਏ ਨੀਕੀ, ਤੇ ਹੁਣ ਇਹ ਵਿਚਾਰ ਜਿਹੜੇ ਚੰਗੀ ਵਿਚਾਰ ਹਿਰਦੇ ਵਿੱਚ ਕੀਤੇ, ਕਰੋ ਆਪ ਜਿਉ ਸ਼ਰਧਾ ਜੀ ਕੀ। ਹੁਣ ਸਾਰਾ ਕੁਝ ਅਸੀਂ ਤੈਨੂੰ ਵਿਖਾ ਦਿੱਤਾ ਹੈ। ਸਵਾਲ ਸੀ ਸਿੱਖ ਬਣਾ, ਫਕੀਰ ਬਣਾ ਜਾਂ ਗ੍ਰਸਤੀ ਬਣਾ, ਤੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਤਿੰਨੋਂ ਵਿਖਾ ਦਿੱਤੇ ਨੇ। ਹੁਣ ਤੇਰਾ ਹਿਰਦਾ ਕੀ ਚਾਹੁੰਦਾ ਹੈ, ਜੋ ਤੂੰ ਬਣਨਾ ਚਾਹੁੰਦਾ ਹੈ, ਹਿਰਦੇ ਵਿੱਚ ਉਹ ਪ੍ਰੇਮ ਧਾਰਨ ਕਰਕੇ ਉਹ ਜਿਹੜਾ ਹੈ ਉਹ ਤੂੰ ਆਪਣੇ ਆਪ ਨੂੰ ਬਣਾ ਲੈ। ਸੁਣ ਕੇ ਸਿੱਖ ਅਤੀਰਜ ਧਰਨੇ, ਤੇ ਹੁਣ ਜਦੋਂ ਗੁਰੂ ਪਾਤਸ਼ਾਹ ਜੀ ਦੇ ਪਾਸੋਂ ਇਹ ਸੁਣਿਆ ਤੇ ਸੁਣ ਕੇ ਇਹ ਘਬਰਾ ਗਿਆ, ਧੀਰਜ ਚਲਾ ਗਿਆ ਮਨ ਦਾ। ਇਹਨੇ ਵੇਖਿਆ ਕਿ ਤਾਂ ਬੜਾ ਕਠਿਨ ਹੈ, ਬੜਾ ਔਖਾ ਹੈ। ਸਿੱਖ ਦੇ ਘਰ 'ਚ ਗਰੀਬੀ ਹੈ, ਗੁਰੂ ਸਾਹਿਬ ਨੇ ਮਾਇਆ ਮੰਗੀ, ਭੇਟਾ ਮੰਗ ਲਈ ਤੇ ਉਹਨੇ ਪਰਵਾਹ ਨਹੀਂ ਕੀਤੀ, ਆਪਣੀ ਪੁੱਤਰੀ ਵਿਆਹ ਕੇ ਧਿਆਨ ਲਿਆ ਦਿੱਤਾ। ਇਹ ਵੀ ਬੜਾ ਕਠਿਨ ਹੈ, ਬੜਾ ਔਖਾ ਹੈ। ਸਾਧੂ ਕੋਲ ਪਦਾਰਥ ਆਉਂਦਾ, ਉਹ ਪਰਵਾਹ ਨਹੀਂ ਕਰਦਾ, ਆਏ ਦੀ ਖੁਸ਼ੀ ਨਹੀਂ, ਗਏ ਦਾ ਗਮ ਨਹੀਂ, ਇਹ ਵੀ ਬੜਾ ਔਖਾ ਹੈ। ਤੇ ਹੁਣ ਆਪਣਾ ਆਪ ਕਿਸੇ ਲਈ ਕੁਰਬਾਨ ਕਰ ਦੇਣਾ, ਇਹ ਵੀ ਬੜਾ ਕਠਿਨ ਹੈ। ਹੁਣ ਇਹ ਸੁਣ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਇਹ ਘਬਰਾ ਗਿਆ। ਕਹਿ ਕੋ ਪਇਓ ਸਮਰੱਥ ਨਾ ਕਰਨੇ, ਕਹਿਣ ਲੱਗਾ ਪਾਤਸ਼ਾਹ ਇਹ ਕੁਝ ਕਰਨ ਲਈ ਮੈਂ ਸਮਰੱਥ ਨਹੀਂ, ਮੇਰੇ 'ਚ ਸਮਰੱਥਾ ਨਹੀਂ ਪਾਤਸ਼ਾਹ ਕਿ ਮੈਂ ਇਹ ਕਰ ਸਕਾਂ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਮੈਂ ਕਾਰਜ ਕਰ ਸਕਾਂ, ਕੋਈ ਵੀ ਅਪਣਾ ਸਕਾਂ, ਇਹ ਮੇਰੇ ਵਿੱਚ ਸਮਰੱਥਾ ਨਹੀਂ ਹੈ। ਹੱਥ ਜੋੜ ਕੇ ਬਚਨ ਬਖਾਨੇ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਇਹ ਤੀਨੋਂ
ਦੁਸ਼ਤਰ ਮੈਂ ਜਾਣੇ। ਸਤਿਗੁਰੂ ਪਾਤਸ਼ਾਹ ਇਹ ਤਿੰਨੋਂ ਮੈਂ ਬਹੁਤ ਕਠਿਨ ਜਾਣੇ ਨੇ ਪਾਤਸ਼ਾਹ, ਬੜੇ ਕਠਿਨ ਨੇ ਤਿੰਨੇ ਹੀ ਇਹ ਜਿਹੜੇ ਨੇ, ਸਿੱਖ ਬਣਨਾ, ਫਕੀਰ ਬਣਨਾ, ਗ੍ਰਸਤੀ ਬਣਨਾ, ਇਹ ਤਿੰਨੋਂ ਮੈਂ ਬਹੁਤ ਕਠਿਨ ਜਾਣੇ ਹਨ। ਹੋਏ ਆਵਤ ਇੱਕ ਪਾਸ ਨ ਮੇਰੇ। ਤੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਬੇਨਤੀ ਕਰਕੇ ਕਿ ਪਾਤਸ਼ਾਹ ਮੈਂ ਤਾਂ ਇੱਕ ਤੁਹਾਡੇ ਕੋਲ ਹੁਣ ਚੱਲ ਕੇ ਆ ਗਿਆ, ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਤਿੰਨਾਂ ਚੋਂ ਕੋਈ ਵੀ ਅਪਣਾ ਸਕਾਂ, ਕਰ ਸਕਾਂ, ਨਿਭਾ ਸਕਾਂ। ਮੇਰੇ ਕੋਲ ਤਾਂ ਬਸ ਇੱਕੋ ਹੀ ਸੀ ਕਿ ਮੈਂ ਜਿਵੇਂ ਵੀ ਹੈ, ਭਾਵੇਂ ਵਿੱਚ ਮੇਰੇ ਵਿੱਚ ਸਮਰੱਥਾ ਨਹੀਂ, ਪਰ ਮੈਂ ਤੁਹਾਡੇ ਕੋਲ ਚੱਲ ਕੇ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਕਰੇ ਜੇ ਨਰ ਸੇ ਧਨ ਵਡੇਰੇ। ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਕਰੇ ਜੇ ਨਰ ਸੇ ਧਨ ਵਡੇਰੇ, ਕਹਿਣ ਲੱਗੇ ਜਿਹੜਾ ਇਹ ਧਾਰਨ ਕਰਦੇ ਨੇ, ਸਿੱਖੀ ਕਮਾਉਣ ਦੀ ਗੱਲ ਹੈ ਜਾਂ ਫਕੀਰ ਸਾਧੂ ਸੰਤ ਬਣਨ ਵਾਲੀ ਗੱਲ ਹੈ ਜਾਂ ਗ੍ਰਸਤੀ, ਕਹਿਣ ਲੱਗੇ ਉਹਨਾਂ ਦੇ ਵੱਡੇ ਭਾਗ ਨੇ, ਉਹਨਾਂ ਦੇ ਧਨ ਭਾਗ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ ਪਾਤਸ਼ਾਹ ਜਿਹੜੇ ਕਮਾਉਂਦੇ ਨੇ, ਪਰ ਮੇਰੇ ਕੋਲੋਂ ਇਹ ਕਰਨਾ ਮੈਨੂੰ ਬਹੁਤ ਕਠਿਨ ਲੱਗਦਾ ਹੈ। ਜਦ ਪਮੋਤੇ ਹੋਏ ਨ ਆਏ। ਪਾਤਸ਼ਾਹ ਮੇਰੇ ਕੋਲੋਂ ਇਹ ਕੁਝ ਨਹੀਂ ਹੋ ਸਕਣਾ। ਤਦਪ ਮੈਂ ਰਾਵਰ ਸ਼ਰਨਾਏ। ਪਰ ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆ ਗਿਆ, ਕਰ ਮੈਂ ਕੁਝ ਸਕਦਾ ਨਹੀਂ, ਸਮਰੱਥਾ ਮੇਰੇ ਵਿੱਚ ਨਹੀਂ, ਪਰ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਅਦਮ ਉਦਾਹਰਨ ਬਿਰਦ ਤੁਮਾਰਾ। ਪਾਪੀਆਂ ਨੂੰ ਤਾਰਨਾ ਸਤਿਗੁਰੂ ਪਾਤਸ਼ਾਹ ਆਪ ਜੀ ਦਾ ਬਿਰਦ ਹੈ, ਜਿਹੜਾ ਤੁਹਾਡੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ, ਉਹਨਾਂ ਪਾਪੀਆਂ ਨੂੰ ਤੁਸੀਂ ਤਾਰਦੇ ਹੋ, ਕਿਰਪਾ ਕਰਦੇ ਹੋ। ਪਤਤਨ ਪਾਵਨ ਕਹਿ ਜਗ ਸਾਰਾ। ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲੇ ਹੋ ਪਾਤਸ਼ਾਹ ਤੁਸੀਂ, ਤੁਹਾਡੇ ਚ ਇੰਨੀ ਸਮਰੱਥਾ ਹੈ, ਜਿਹੜੇ ਅਪਵਿੱਤਰ ਨੇ, ਪਾਪੀ ਮਨ ਵਾਲੇ ਨੇ, ਉਹਨਾਂ ਨੂੰ ਪਵਿੱਤਰ ਕਰਨ ਵਾਲੇ ਹੋ। ਕਿਰਪਾ ਧਾਰ ਮੇਰੀ ਗਤ ਕੀਜੈ। ਤੇ ਮੇਰੇ ਤੇ ਵੀ ਕਿਰਪਾ ਕਰੋ ਪਾਤਸ਼ਾਹ, ਮੈਂ ਇਹ ਕੁਝ ਕਰਨ ਦੇ ਸਮਰੱਥ ਨਹੀਂ, ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਮੁਕਤੀ ਕਰ ਦਿਓ, ਮੈਨੂੰ ਮੁਕਤ ਕਰ ਦੇਣਾ ਕਰੋ। ਹੋ ਸਮਰੱਥ ਬੜੋ ਲਖ ਲੀਜੈ। ਪਾਤਸ਼ਾਹ ਇਹੋ ਜਾਣ ਲੋ ਕਿ ਸਾਰਾ ਕੁਝ ਕਰਨ ਦੇ ਮੈਂ ਅਸਮਰੱਥ ਹਾਂ, ਮੇਰੇ 'ਚ ਸਮਰੱਥਾ ਨਹੀਂ ਹੈ। ਤੈਂ ਕੀ ਬਿਨੈ ਸੁਨੀ ਜਬ ਕਾਨਾ। ਤੇ ਜਦੋਂ ਹੁਣ ਪ੍ਰੇਮ ਵਿੱਚ ਭਿੱਜ ਕੇ ਦੀਨ ਹੋਇਆ, ਸਿਮਰ ਹੋ ਕੇ ਨੇ ਬੇਨਤੀ ਕੀਤੀ, ਗੁਰੂ ਪਾਤਸ਼ਾਹ ਜੀ ਨੇ ਦੀ ਬੇਨਤੀ ਸੁਣੀ ਹੈ। ਸ਼੍ਰੀ ਮੁਖ ਤੇ ਪੁਨ ਬਚਨ ਬਖਾਨਾ। ਪਾਵਨ ਮੁਖ ਤੋਂ ਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਹੋਏ ਨਿਸ਼ਕਪਟ ਧਰਮ ਕ੍ਰਿਤ ਕਰੀਏ। ਪਾਤਸ਼ਾਹ ਕਹਿਣ ਲੱਗੇ ਕਪਟ ਤਿਆਗ ਕੇ ਹਿਰਦੇ ਵਿੱਚੋਂ ਧਰਮ ਦੇ ਕਿਰਤ ਕਰਨਾ ਕਰੋ, ਹਿਰਦੇ ਵਿੱਚ ਕਪਟ ਛਲ ਬਿਰਤੀ ਨਹੀਂ ਰੱਖਣੀ, ਕਪਟ ਦਾ ਤਿਆਗ ਕਰਕੇ ਧਰਮ ਦੇ ਕਿਰਤ ਕਰਨੀ ਹੈ। ਗਰਭ ਹਿਰਦੇ ਕੋ ਸਭ ਪਰ ਹਰੀਏ। ਹਿਰਦੇ ਦੇ ਵਿੱਚੋਂ ਹੰਕਾਰ ਨੂੰ ਖਤਮ ਕਰਨਾ ਹੈ, ਮਨ ਅੰਦਰ ਕੋਈ ਹੰਕਾਰ ਨਹੀਂ ਰੱਖਣਾ, ਹੰਕਾਰ ਦਾ ਤਿਆਗ ਕਰਨਾ ਹੈ। ਸਿੱਖਨ ਸੇਵ ਕਰੋ ਮਨ ਨੀਵੇਂ। ਸਿੱਖਾਂ ਦੀ ਸੇਵਾ ਕਰਨੀ ਹੈ ਮਨ ਨੂੰ ਨੀਵਾਂ ਕਰਕੇ, ਮਨ ਨੂੰ ਨੀਵਾਂ ਕਰਕੇ ਸਿੱਖਾਂ ਦੀ ਸੇਵਾ ਕਰਨੀ ਹੈ। ਹਰ ਰੋਜ਼ ਆਪਾਂ ਮੰਗਦੇ ਆ ਨਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਨ ਨੂੰ ਨੀਵਾਂ ਕਰਕੇ ਸੇਵਾ ਕਰਨੀ ਹੈ। ਸਨੇ ਸਨੇ ਤੇਰੀ ਗਤ ਥੀਵੇਂ। ਤੇ ਹੌਲੇ ਹੌਲੇ ਫਿਰ ਤੂੰ ਪਰਮ ਪਦਵੀ ਨੂੰ ਪ੍ਰਾਪਤ ਕਰ ਲਏਗਾ, ਤੂੰ ਮੁਕਤ ਹੋ ਜਾਵੇਂਗਾ। ਜਦੋਂ ਇਸ ਤਰ੍ਹਾਂ ਦੇ ਨਾਲ ਧਰਮ ਦੀ ਕਿਰਤ ਕਰੇਗਾ, ਹਿਰਦੇ 'ਚ ਹੰਕਾਰ ਨਹੀਂ ਕਰੇਗਾ ਤੇ ਮਨ ਨੀਵਾਂ ਕਰਕੇ ਸੇਵਾ ਕਰੇਗਾ। ਇਹ ਉਪਦੇਸ਼ ਕੇਵਲ ਉਸ ਸਿੱਖ ਵਾਸਤੇ ਨਹੀਂ, ਇਹ ਸਾਡੇ ਸਾਰਿਆਂ ਲਈ ਹੈ। ਜਦੋਂ ਗੁਰੂ ਕੀ ਸ਼ਰਨ ਵਿੱਚ ਚੱਲ ਕੇ ਆਉਣਾ, ਸਤਿਗੁਰੂ ਦੇ ਘਰ ਦੇ ਵਿੱਚ ਕੋਈ ਸੇਵਾ ਕਰਨੀ ਹੈ, ਚਾਹੇ ਜੂਠੇ ਬਰਤਨਾਂ ਦੀ ਹੋਵੇ, ਜੋੜਿਆਂ ਦੀ ਹੋਵੇ, ਝਾੜੂ ਦੀ, ਕੋਈ ਵੀ ਸੇਵਾ, ਜੇ ਮਨ ਵਿੱਚ ਹੰਕਾਰ ਨਹੀਂ ਨਾ, ਮਨ ਨੀਵਾਂ, ਫਿਰ ਸੇਵਾ ਪ੍ਰਵਾਨ ਹੈ ਗੁਰੂ ਸਾਹਿਬ ਨੂੰ। ਪਾਤਸ਼ਾਹ ਕਹਿੰਦੇ ਨੇ ਨਾ ਗੁਰਬਾਣੀ ਵੀ, ਸਾਧ ਸੇਵਾ ਕੀਤੀ ਸਫਲ ਹੈ ਜਦ ਸਤਿਗੁਰੂ ਕਾ ਮਨ ਮੰਨੇ। ਤੇ ਜਦੋਂ ਗੁਰੂ ਦਾ ਮਨ ਮੰਨ ਜਾਂਦਾ, ਫਿਰ ਗੁਰੂ ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਸਾਰੇ ਪਾਪ ਫਿਰ ਗੁਰੂ ਕਿਰਪਾ ਕਰਕੇ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ, ਖਤਮ ਕਰ ਦਿੰਦਾ। ਕਹਿਣ ਲੱਗੇ ਮਨ ਨੂੰ ਨੀਵਾਂ ਕਰਕੇ ਸੇਵਾ ਕਰਨੀ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਤੂੰ ਕਰੇਗਾ,
ਹੌਲੀ ਹੌਲੀ ਤੂੰ ਮੁਕਤੀ ਨੂੰ ਪਾ ਲਵੇਂਗਾ। ਸੁਨ ਉਪਦੇਸ਼ ਕਰਨ ਸੋ ਲਾਗਾ। ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਹੁਣ ਉਸ ਉਪਦੇਸ਼ ਦੀ ਕਮਾਈ ਕਰਨ ਲੱਗਾ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਮੁਤਾਬਕ ਕਿ ਜਿਹੜਾ ਹੈ ਉਹ ਕਰਨ ਲੱਗਾ ਹੈ। ਸੇਵਾ ਵਿਖੇ ਬੜੋ ਅਨੁਰਾਗਾ। ਸੇਵਾ ਦੇ ਵਿੱਚ ਐਸਾ ਪ੍ਰੇਮ ਬਣਿਆ, ਬਹੁਤ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਪ੍ਰੇਮੀ ਹੋ ਕੇ ਗੁਰੂ ਕਾ ਉਪਦੇਸ਼ ਦੀ ਕਮਾਈ ਕਰਦਿਆਂ ਸੇਵਾ ਕਰਦਾ। ਸਮਾ ਪਾਏ ਸਿਮਰਨ ਸਤਨਾਮੋ। ਸੇਵਾ ਕਰਦਾ, ਸਮਾਂ ਪਾ ਕੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਲਿਵ ਲਾਗੀ ਮਤ ਪੀ ਅਬਿਰਾਮੋ। ਹੁਣ ਲਿਵ ਜਿਹੜੇ ਸੀ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਈ। ਹੁਣ ਸਦਾ ਹਰ ਵੇਲੇ ਸਤਨਾਮ ਦੀ ਧੁਨ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਲਿਵ ਨਾਮ ਵਿੱਚ ਜੁੜ ਗਈ। ਮਤ ਭੀ ਅਬਰਾਮੋ, ਜਿਹੜੀ ਮਾਤੇ ਦੀ ਉੱਚੀ ਹੋ ਗਈ। ਮੁਕਤ ਉਚਿਤ ਪਾ ਸ਼੍ਰੀ ਗੁਰ ਕਰੁਣਾ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ, ਮਿਹਰ ਦਾ ਸਦਕਾ ਇਹਨੇ ਜਿਹੜਾ ਹੈ ਉਹ ਮੁਕਤੀ ਪਾ ਲਈ, ਜਨਮ ਮਰਨ ਤੋਂ ਮੁਕਤ ਹੋ ਗਿਆ। ਛੁਟਿਓ ਕਸ਼ਟ ਜਗ ਜਨਮ ਅਰ ਮਰਨਾ। ਜਗ ਦਾ ਜਿਹੜਾ ਜਨਮ ਮਰਨ ਦਾ ਵੱਡਾ ਦੁੱਖ ਹੈ, ਇਹ ਜਨਮ ਮਰਨ ਦੇ ਵੱਡੇ ਦੁੱਖ ਤੋਂ ਮੁਕਤ ਹੋ ਗਿਆ, ਛੁਟਕਾਰਾ ਪਾ ਲਿਆ। ਇਸ ਪ੍ਰਕਾਰ ਕੋ ਦੇ ਉਪਦੇਸ਼ਾ ਮਨੁਜ ਉਧਾਰੇ ਸ਼੍ਰੀ ਜਗਤੇਸ਼ਾ। ਇਸ ਪ੍ਰਕਾਰ ਦੇ ਨਾਲ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਆਪਣਾ ਪਾਵਨ ਉਪਦੇਸ਼ ਬਖਸ਼ਦੇ ਤੇ ਜਗਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹਨਾਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕੇ ਉਧਾਰ ਕਰਦੇ, ਜਨਮ ਮਰਨ ਤੋਂ ਮੁਕਤ ਕਰਦੇ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇਸ ਪ੍ਰਕਾਰ ਦੇ ਨਾਲ ਬੇਅੰਤ ਸੰਗਤਾਂ ਚੱਲ ਕੇ ਆ ਕੇ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਕੇ ਕਮਾਈ ਕਰਦੀਆਂ, ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰਦੀਆਂ, ਗੁਰੂ ਸਾਹਿਬ ਜੀ ਦੀ ਪ੍ਰਸੰਨਤਾ, ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਦੀਆਂ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ, ਸਾਡੇ ਸਾਰਿਆਂ ਤੇ ਤਰਸ ਕਰਨ, ਸਾਡਾ ਵੀ ਜੀਵਨ ਐਸਾ ਬਣ ਜਾਏ ਅਸੀਂ ਵੀ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਸਰਵਨ ਕਰਕੇ ਉਹਦੀ ਕਮਾਈ ਕਰ ਸਕੀਏ। ਗੁਰੂ ਸਾਹਿਬ ਜੀ ਅੱਗੇ ਜੋਦੜੀ ਕਰੀਏ। ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਿੱਖ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ। ਪੰਜਨ ਗੁਣ ਤਾਸ। ਹੇ ਸੰਗ ਹੈ ਨਿਰੰਕਾਰ। ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ। ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ। ਐ ਪੀਓ ਅਣਾਰ। ਹੇ ਸੰਤ ਕੈ ਸਦਾ ਸੰਗ। ਧਾਰਾ
ਆਧਾਰ हे ठाकुर हूँ दासुर निर्गुण गुण नहीं कोई नानक दीजा नाम दान राखो ये परोए आए प्रभ शरणागति कृपा निध दयाल एक अखर हर मन बस्त नानक होते निहाल वाहे गुरु नाम जहाज है चढ़े सो तेरे पार जो शरदा कर सेवा दे उर पारे उतार निहार वाहे गुरु नाम जहाज है चढ़े सो तेरे पार जो शरदा कर सेवा दे उर पारे उतार निहार वाहेगुरु जी का खालसा वाहेगुरु जी की फतेह।